ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਪੰਜਵਾਂ। ਮਾਨੀ ਤੂੰ ਰਾਮ ਕੈ ਦਰ ਮਾਨੀ, ਸਾਧ ਸੰਗ ਮਿਲ ਹਰ ਗੁਣ ਗਾਏ, ਬਿਨਸੀ ਸਭ ਅਭਿਮਾਨੀ। ਮਾਨੀ ਤੂੰ ਰਾਮ ਕੈ ਦਰ ਮਾਨੀ, ਸਾਧ ਸੰਗ ਮਿਲ ਹਰ ਗੁਣ ਗਾਏ, ਬਿਨਸੀ ਸਭ ਅਭਿਮਾਨੀ। ਰਹਾ ਧਾਰ ਅਨੁਗ੍ਰਹ ਆਪਣੀ ਕਰ ਲੀਨੀ, ਗੁਰਮੁਖ ਪੂਰ ਗਿਆਨੀ। ਸਰਬ ਸੁਖ ਆਨੰਦ ਘਨੇਰੇ, ਠਾਕੁਰ ਦਰਸ ਧਿਆਨੀ। ਨਿਕਟ ਵਰਤਨ ਸਾ ਸਦਾ ਸੁਹਾਗਨ, ਦਹਿ ਦਿਸ ਸਾਈ ਜਾਨੀ। ਪ੍ਰਿਆ ਰੰਗ ਰੰਗ ਰਤੀ ਨਾਰਾਇਣ, ਨਾਨਕ ਤਿਸ ਕੁਰਬਾਨੀ। ਨਿਕਟ ਵਰਤਨ ਸਾ ਸਦਾ ਸੁਹਾਗਣ, ਦਹਿ ਦਿਸ ਸਾਈ ਜਾਨੀ। ਪ੍ਰਿਆ ਰੰਗ ਰੰਗ ਰਤੀ ਨਾਰਾਇਣ, ਨਾਨਕ ਤਿਸ ਕੁਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਜੁਗੋ ਜੁਗ ਅਟਲ, ਸਰਬ ਕਲਾ ਸਮਰੱਥ, ਜ਼ਾਹਰਾ ਜ਼ਹੂਰ ਅਤੇ ਹਾਜ਼ਰਾ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਖੇ ਬਿਰਾਜਮਾਨ ਵੱਡ ਭਾਗੀ ਗੁਰੂ ਸਵਾਰੇ ਸਤਸੰਗੀ ਜਨੋ, ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਅੰਮ੍ਰਿਤ ਵੇਲੇ ਗੁਰੂ ਕੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰਬਾਣੀ ਦਾ ਕੀਰਤਨ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਸਰਵਣ ਕਰ ਰਹੇ ਸੀ। ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਵਿਚਾਰ ਜੋ ਆਪ ਜੀ ਹਰ ਰੋਜ਼ ਸਰਵਣ ਕਰਦੇ ਹੋ, ਉਸ ਦੇ ਨਾਲ ਸੰਬੰਧਿਤ ਗੁਰੂ ਕੇ ਇਹ ਪਾਵਨ ਬਚਨ ਸਾਰੰਗ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਹਰ ਮਨੁੱਖ ਜ਼ਿੰਦਗੀ ਵਿੱਚ ਉੱਚਾ ਉੱਠਣਾ ਚਾਹੁੰਦਾ ਹੈ। ਮਨ ਦੇ ਵਿੱਚ ਇੱਕ ਲਾਲਸਾ ਹੁੰਦੀ ਹੈ ਕਿ ਦੁਨੀਆ ਵਿੱਚ ਚੰਗਾ ਮਾਣ ਤਾਣ ਬਣੇ, ਚੰਗੀ ਵਡਿਆਈ ਬਣੇ, ਔਰ ਇਹ ਭੁੱਖ ਪਰਮਾਤਮਾ ਨੇ ਹਰ ਮਨੁੱਖ ਦੇ ਅੰਦਰ ਰੱਖੀ ਹੋਈ ਹੈ। ਇਹ ਗੱਲ ਵੱਖਰੀ ਹੈ ਕਿ ਤਰੀਕਾ ਹਰ ਮਨੁੱਖ ਦਾ ਆਪੋ ਆਪਣਾ ਹੈ। ਕੋਈ ਰਾਜਨੀਤੀ 'ਚ ਦੁਨੀਆ 'ਚ ਅੱਗੇ ਵੱਧ ਕੇ ਸੋਚਦਾ ਕਿ ਦੁਨੀਆ ਵਿੱਚ ਮੇਰਾ ਨਾਮ ਹੋ ਜਾਏ। ਕੋਈ ਧਨ ਦੌਲਤ ਇਕੱਤਰ ਕਰਕੇ ਇਹ ਖਿਆਲ ਬਣਾਈ ਬੈਠਾ ਹੈ ਕਿ ਦੁਨੀਆ 'ਚ ਮੈਂ ਬੜਾ ਮਹਾਨ ਬਣ ਜਾਵਾਂ। ਕੋਈ ਗੁਣਾਂ ਦੇ ਆਸਰੇ, ਵਿਦਿਆ ਦੇ ਆਸਰੇ, ਕੋਈ ਜਪ ਤਪ ਜਾਂ ਧਰਮ ਕਰਮ ਕਰਕੇ ਜ਼ਿੰਦਗੀ 'ਚ ਉੱਚਾ ਉੱਠਣਾ ਚਾਹੁੰਦਾ ਹੈ। ਉੱਚੇ ਉੱਠਣਾ ਮਨੁੱਖ ਦਾ ਅਧਿਕਾਰ ਹੈ। ਮਨੁੱਖ ਆਇਆ ਹੀ ਦਰਅਸਲ ਅੱਗੇ ਵਧਣ ਦੇ ਲਈ ਹੈ, ਤਰੱਕੀ ਕਰਨ ਦੇ ਲਈ ਹੈ। ਪਰ ਉੱਚਾ ਕਿਵੇਂ ਉੱਠਿਆ ਜਾਣਾ, ਇਹਦੇ ਬਾਰੇ ਜੇ ਮਨੁੱਖ ਨੂੰ ਪਤਾ ਹੋਏ ਤੇ ਫਿਰ ਉੱਚੇ ਉੱਠ ਕੇ ਮੁੜ ਕੇ ਮਨੁੱਖ ਨੂੰ ਨੀਵੇਂ ਡਿੱਗਣ ਦਾ ਡਰ ਨਾ ਰਹੇ। ਦੁਨਿਆਵੀ ਤੌਰ ਤੇ ਜਿੰਨੇ ਵੀ ਯਤਨ ਅਸੀਂ ਬਣਾਏ ਨੇ ਮਹਾਨ ਬਣਨ ਦੇ, ਉਹ ਕਰਦਿਆਂ ਹੋਇਆਂ ਵੀ ਸਾਡੇ ਮਨਾਂ ਅੰਦਰ ਇੱਕ ਡਰ ਬਣਿਆ ਰਹਿੰਦਾ ਹੈ, ਕਿਤੇ ਸਾਡੀ ਮਹਾਨਤਾ ਜਿਹੜੀ ਹੈ ਉਹ ਖਤਮ ਨਾ ਹੋ ਜਾਏ, ਕਿਤੇ ਇਹ ਸਾਡੇ ਰੁਤਬੇ ਚੱਲੇ ਨਾ ਜਾਣ, ਕਿਤੇ ਸਾਡਾ ਧਨ ਦੌਲਤ ਘਟ ਨਾ ਜਾਏ। ਦੁਨਿਆਵੀ ਪਦਾਰਥਾਂ ਜਾਂ ਆਸਰਿਆਂ ਦੇ ਨਾਲ ਜਿਹੜਾ ਅਸੀਂ ਉੱਚਾ ਉੱਠਣਾ ਚਾਹੁੰਦੇ ਹਾਂ ਜਾਂ ਵੱਡੇ ਬਣਨਾ ਚਾਹੁੰਦੇ ਹਾਂ, ਸਤਿਗੁਰੂ ਜੀ ਕਹਿੰਦੇ ਏਦਾਂ ਕੋਈ ਵੱਡਾ ਬਣ ਹੀ ਨਹੀਂ ਸਕਦਾ।
ਗੁਰੂ ਸਾਹਿਬ ਜੀ ਨੇ ਅੰਮ੍ਰਿਤ ਬਾਣੀ 'ਚ ਜਪਜੀ ਸਾਹਿਬ ਜੀ ਜਦੋਂ ਅਸੀਂ ਬਚਨ ਪੜ੍ਹਦੇ, ਬੜੇ ਪਿਆਰੇ ਬਚਨ ਨੇ ਕਿ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰ ਜਗ ਲੇ, ਜੇ ਤਿਸ ਨਦਰ ਨ ਆਵੀ ਤਾਂ ਬਾਤ ਨ ਪੁੱਛੇ ਕੇ। ਬੰਦਾ ਮਹਾਨ ਬਣਨ ਲਈ ਸੋਚੇ ਕਿ ਮੇਰੀ ਬਹੁਤ ਲੰਮੀ ਉਮਰ ਹੋਏ। ਸਤਿਗੁਰੂ ਜੀ ਕਹਿੰਦੇ 4 ਯੁੱਗਾਂ ਜਿੰਨੀ, 40 ਯੁੱਗਾਂ ਜਿੰਨੀ ਬਣਦੇ ਭਾਵੇਂ, ਸਾਰੀ ਧਰਤੀ ਤੇ ਮਨੁੱਖ ਦੀ ਜੈ ਜੈਕਾਰ ਹੋਏ। ਜਿੱਧਰ ਕੋ ਮਨੁੱਖ ਜਾਏ ਉਹਦੇ ਨਾਲ ਉਹਦੀ ਸੇਵਾ ਕਰਨ ਵਾਲੇ, ਉਹਦਾ ਸਤਿਕਾਰ ਕਰਨ ਵਾਲੇ ਤੁਰੇ ਫਿਰਨ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਵੇਂ ਸਾਰੀ ਦੁਨੀਆ 'ਚ ਮਨੁੱਖ ਜਸ ਲੈ ਲਵੇ, ਜੇ ਰੱਬ ਦੀਆਂ ਨਜ਼ਰਾਂ 'ਚ ਪ੍ਰਵਾਨ ਨਾ ਹੋਇਆ ਤੇ ਕਿਸੇ ਨੇ ਬਾਤ ਨਹੀਂ ਪੁੱਛਣੀ। ਇਹ ਜਸ ਕੋਈ ਜਸ ਨਹੀਂ ਹੈ ਜੇ ਰੱਬ ਦੀਆਂ ਨਜ਼ਰਾਂ 'ਚ ਪ੍ਰਵਾਨ ਨਾ ਹੋਇਆ। ਆਸਾ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਕਿ ਲੱਖ ਲਸ਼ਕਰ ਲੱਖ ਵਾਜੇ ਨੇਜੇ, ਲੱਖ ਉੱਠ ਕਰਹਿ ਸਲਾਮ, ਲੱਖਾਂ ਉੱਪਰ ਫਰਮਾਇਸ਼ ਤੇਰੀ, ਲੱਖ ਉੱਠ ਰਾਖੈ ਮਾਨ, ਜੇ ਪਤ ਲੇਖੇ ਨਾ ਪਵੇ ਤਾਂ ਸਭ ਨਿਰਾਫਲ ਕਾਮ। ਬੰਦਿਆ ਲੱਖਾਂ ਹੀ ਫੌਜਾਂ ਹੋਣ ਤੇਰੇ ਕੋਲ, ਲੱਖਾਂ ਤੇਰੇ ਜੈ ਜੈਕਾਰ ਦੇ ਵਾਜੇ ਵੱਜਦੇ ਹੋਣ, ਤੇਰੇ ਨਾਲ ਵੱਡੇ ਵੱਡੇ ਸੂਰਮੇ ਨੇਜਾ ਧਾਰੀ ਸ਼ਸਤਰ ਬੱਧ ਹੋਣ, ਲੱਖਾਂ ਲੋਕੀ ਤੈਨੂੰ ਸਲਾਮਾਂ ਕਰਨ, ਉੱਠ ਉੱਠ ਕੇ ਤੇਰਾ ਸਤਿਕਾਰ ਕਰਨ, ਤੇਰੀ ਜੈ ਜੈਕਾਰ ਹੋਵੇ, ਪਰ ਜੇ ਵਾਹਿਗੁਰੂ ਜੀ ਦੇ ਦਰ ਤੇ ਤੇਰੀ ਇੱਜ਼ਤ ਨਾ ਹੋਈ ਤੇ ਇੱਜ਼ਤ ਤਾਂ ਕਿਸੇ ਅਰਥ ਨਹੀਂ ਹੈ। ਇਹ ਇੱਜ਼ਤ ਨੇ ਕੋਈ ਸੁੱਖ ਨਹੀਂ ਦੇਣਾ। ਇਹ ਇੱਜ਼ਤ ਆਏ ਤੇ ਹੰਕਾਰ ਬਣਦਾ ਹੈ। ਜਿਉਂ-ਜਿਉਂ ਹੰਕਾਰ ਬਣਦਾ ਹੈ ਤਿਉਂ ਤਿਉਂ ਮਨੁੱਖ ਨੀਵਾਂ ਹੁੰਦਾ ਚਲਿਆ ਜਾਂਦਾ ਹੈ। ਉੱਚੇ ਉੱਠਣਾ ਜਾਂ ਮਹਾਨ ਬਣਨਾ, ਜਾਂ ਇਵੇਂ ਕਹਿ ਲਓ ਕਿ ਜ਼ਿੰਦਗੀ ਦੇ ਵਿੱਚ ਮਹਾਨ ਬਣਨ ਦਾ ਤਰੀਕਾ ਸਤਿਗੁਰੂ ਜੀ ਨੇ ਦੱਸਿਆ ਕਿ ਜਿੰਨਾ ਮਨੁੱਖ ਅੰਦਰੋਂ ਗੁਣਾਂ ਨਾਲ ਭਰਪੂਰ ਹੁੰਦਾ ਜਾਏਗਾ, ਜਿੰਨੀ ਮਨੁੱਖ ਦੇ ਅੰਦਰ ਨਿਰਮਾਣਤਾ ਹੁੰਦੀ ਜਾਏਗੀ, ਉਨਾ ਹੀ ਮਨੁੱਖ ਮਹਾਨ ਬਣਦਾ ਜਾਏਗਾ। ਧਰਤੀ ਤੇ ਇਤਿਹਾਸ ਵਿੱਚ ਬੇਅੰਤ ਗਵਾਹੀਆਂ ਨੇ। ਜਦੋਂ ਉਹ ਗੁਣਵਾਨ ਪੁਰਖ ਰੱਬੀ ਪਿਆਰੇ ਜਿਹੜੇ ਬਾਹਰੀ ਤੌਰ ਤੇ ਦੇਖਣ ਨੂੰ ਫਕੀਰ ਹੀ ਲੱਗਦੇ ਨੇ, ਉਹਨਾਂ ਦੇ ਕੋਲ ਧਨ ਦੌਲਤ ਨਹੀਂ ਹੈ, ਜਾਂ ਇਵੇਂ ਕਹਿ ਲਓ ਦੁਨੀਆ ਦੇ ਲਾਓ ਲਸ਼ਕਰ ਨਹੀਂ ਹੈ, ਪਰ ਵੱਡੇ ਵੱਡੇ ਪਾਤਸ਼ਾਹ ਉਹਨਾਂ ਦੇ ਚਰਨਾਂ ਤੇ ਆ ਕੇ ਡਿੱਗਦੇ ਨੇ। ਇਹ ਉਹਨਾਂ ਦੀ ਅੰਤਰੀਵ ਜੋ ਮਹਾਨਤਾ ਹੈ ਉਸ ਕਰਕੇ ਹੈ। ਸਤਿਗੁਰੂ ਨਾਨਕ ਸਾਹਿਬ ਜੀ ਨੇ ਅੰਮ੍ਰਿਤਮਈ ਬਾਣੀ ਵਿੱਚ ਬੜੀ ਪਿਆਰੀ ਉਦਾਹਰਣ ਦੇ ਕੇ ਸਾਨੂੰ ਸਮਝਾਇਆ ਹੈ ਕਿ ਮਹਾਨ ਕਿਵੇਂ ਬਣਿਆ ਜਾ ਸਕਦਾ ਹੈ ਜਾਂ ਵੱਡੇ ਕਿਵੇਂ ਬਣਿਆ ਜਾ ਸਕਦਾ ਹੈ। ਅਸੀਂ ਦੁਨੀਆ ਦੀਆਂ ਨਜ਼ਰਾਂ ਜਾਂ ਵਾਹਿਗੁਰੂ ਦੀ ਨਜ਼ਰਾਂ ਸਤਿਕਾਰ ਜੋ ਕਿਵੇਂ ਬਣ ਸਕਦੇ ਹਾਂ। ਆਸਾ ਰਾਗ ਦੀ ਵਾਰ ਵਿੱਚ ਸਤਿਗੁਰੂ ਜੀ ਨੇ ਇੱਕ ਬੜੀ ਸੋਹਣੀ ਉਦਾਹਰਣ ਵਰਤੀ ਹੈ। ਸਾਹਿਬ ਕਹਿੰਦੇ ਸਿਮਲ ਦਾ ਦਰਖਤ ਹੁੰਦਾ ਹੈ ਨਾ, ਬੜਾ ਉੱਚਾ ਹੁੰਦਾ ਹੈ, ਐਨ ਸਿੱਧਾ ਹੁੰਦਾ ਹੈ, ਪਰ ਇੰਨਾ ਉੱਚਾ ਹੈ, ਇੰਨਾ ਸਿੱਧਾ ਹੈ, ਉਹਦੇ ਕੋਲ ਜਿਹੜੇ ਪੰਛੀ ਆਉਂਦੇ ਨਾ ਨਿਰਾਸ਼ ਹੀ ਚਲੇ ਜਾਂਦੇ ਨੇ। ਉਹਦਾ ਕਾਰਨ ਹੈ ਕਿ ਉਹਦੇ ਫਲ ਫਿੱਕੇ ਨੇ, ਫੁੱਲ ਬੱਕ-ਬੱਕੇ ਨੇ, ਪੱਤੇ ਉਹਦੇ ਕੰਮ ਨਹੀਂ ਆਉਂਦੇ। ਉੱਚਾ ਹੈ ਪਰ ਗੁਣ ਪੱਲੇ ਨਹੀਂ ਹੈ। ਉੱਚਾ ਹੈ ਪਰ ਉੱਚੇ ਹੋਣ ਦਾ ਹੰਕਾਰ ਹੈ। ਸਤਿਗੁਰੂ ਜੀ ਦੇ ਬਚਨ ਕਿ ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵੇਂ ਆਸ ਕਰ ਜਾਹੇ ਨਿਰਾਸੇ ਕਿਤ, ਫਲ ਫਿੱਕੇ ਫੁੱਲ ਬੱਕ ਬੱਕੇ ਕੰਮ ਨ ਆਵੇਂ ਪਤ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਸਤਿਗੁਰੂ ਜੀ ਕਹਿੰਦੇ ਸਾਰੇ ਗੁਣਾਂ ਦਾ ਜੋ ਸਾਰ ਹੈ ਨਾ, ਤਤ ਹੈ, ਉਹ ਹੈ ਨਿਰਮਾਣਤਾ, ਉਹ ਹੈ ਮਿਠਾਸ। ਜੇ ਮਨੁੱਖ ਦੇ ਵਿੱਚ ਮਿਠਾਸ ਹੈ, ਜੇ ਨਿਰਮਾਣਤਾ ਹੈ, ਮਨੁੱਖ ਜ਼ਿੰਦਗੀ ਸਭ ਤੋਂ ਮਹਾਨ ਹੈ। ਪਰ ਜੇ ਧਨ ਦੌਲਤ ਹੈ, ਰੁਤਬਾ ਹੈ, ਸਭ ਕੁਝ ਹੈ, ਪਰ ਜ਼ਿੰਦਗੀ 'ਚ ਨਿਰਮਾਣਤਾ ਨਹੀਂ ਹੈ, ਹੰਕਾਰ ਹੈ। ਸਤਿਗੁਰੂ ਜੀ ਕਹਿੰਦੇ ਮਨੁੱਖ ਮਹਾਨ ਬਣ ਨਹੀਂ ਸਕਦਾ। ਕੁਦਰਤ ਦਾ ਇੱਕ ਨਿਯਮ ਸਤਿਗੁਰੂ ਜੀ ਨੇ ਵਰਤੇ ਹੈ, ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਏ, ਸੀਸ ਨਵਾਇਆ ਕਿਆ ਥੀਐ ਜਾਂ ਹਿਰਦੇ ਕਸੁੱਧੇ ਜਾਏ। ਸਾਹਿਬ ਜੀ ਦਾ ਅੱਗੇ ਬਚਨ ਕਿ ਧਰ ਤਰਾਜੂ ਤੋਲੀਏ ਨਿਵੇਂ ਸੁਗੌਰਾ ਹੋਏ, ਸਭ ਕੋ ਨਿਵੇਂ ਆਵ ਕੋ ਪਰ ਕੋ ਨਿਵੇਂ ਨਾ ਕੋਏ, ਧਰ ਤਰਾਜੂ ਤੋਲੀਏ ਨਿਵੇਂ ਸੁਗੌਰਾ ਹੋਏ। ਸਤਿਗੁਰੂ ਜੀ ਕਹਿੰਦੇ ਤੱਕੜੀ ਤੇ ਜਦੋਂ ਕੋਈ ਅਸੀਂ ਚੀਜ਼ ਤੋਲਦੇ ਆ ਨਾ, ਤੱਕੜੀ ਦਾ ਜਿਹੜਾ ਪੱਲਾ ਨੀਵਾਂ ਹੋ ਜਾਏ ਉਹਨੂੰ ਅਸੀਂ ਭਾਰਾ ਗਿਣਦੇ ਆ, ਉੱਚੇ ਨੂੰ ਭਾਰਾ ਨਹੀਂ ਗਿਣਦੇ। ਜ਼ਿੰਦਗੀ 'ਚ ਜਿਸ ਮਨੁੱਖ ਦੇ ਕੋਲ ਗੁਣ ਹੁੰਦੇ ਨੇ
ਉਹ ਨਿਰਮਾਣ ਹੋ ਜਾਂਦਾ ਹੈ, ਉਹਦੇ ਅੰਦਰ ਨਿਮਰਤਾ ਆ ਜਾਂਦੀ ਹੈ। ਦਰਖਤ ਨੂੰ ਫਲ ਲੱਗੇ ਨਾ ਤੇ ਦਰਖਤ ਦੀਆਂ ਟਾਹਣੀਆਂ ਜਿਹੜੀਆਂ ਨੇ ਉਹ ਝੁਕ ਜਾਂਦੀਆਂ ਨੇ। ਕਿਸੇ ਮਨੁੱਖ ਨੂੰ ਅੰਦਰ ਗੁਣ ਪ੍ਰਾਪਤ ਹੋ ਜਾਣ, ਉਨਾ ਹੀ ਉਹ ਨਿਰਮਾਣ ਹੁੰਦਾ ਚਲਿਆ ਜਾਂਦਾ ਹੈ। ਜਿੰਨਾ ਮਨੁੱਖ ਅਡੰਬਰ ਕਰ ਰਿਹਾ ਹੈ ਨਾ, ਸਮਝੋ ਕਿ ਉਹ ਅੰਦਰੋਂ ਖਾਲੀ ਹੈ। ਬਾਬਾ ਕਬੀਰ ਸਾਹਿਬ ਜੀ ਦਾ ਬਚਨ, ਕਹੋ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਸੋ ਕਹੂ ਨਾ ਡੋਲੇ। ਊਣਾ ਘੜਾ ਜਿਹੜਾ ਹੁੰਦਾ ਹੈ ਨਾ, ਘੜੇ 'ਚ ਆਪਾਂ ਪਾਣੀ ਭਰਦੇ ਸਾਂ, ਖੂਹਾਂ ਤੋਂ ਭਰ ਕੇ ਲਿਆਉਂਦੇ ਸਾਂ ਕਦੀ, ਉਹ ਜਿਹੜਾ ਊਣਾ ਘੜਾ ਹੈ ਨਾ, ਉਹ ਛੜਕ ਮਾਰਦਾ, ਉਹਦੇ ਵਿੱਚ ਆਵਾਜ਼ ਆਉਂਦੀ ਹੈ। ਲੇਕਿਨ ਜਿਹੜਾ ਭਰਿਆ ਹੁੰਦਾ ਹੈ ਨਾ, ਉਹ 'ਚੋਂ ਆਵਾਜ਼ ਨਹੀਂ ਆਉਂਦੀ। ਜਿਹੜਾ ਮਨੁੱਖ ਅੰਦਰੋਂ ਭਰ ਗਿਆ ਹੈ, ਗੁਣਾਂ ਨਾਲ ਭਰਪੂਰ ਹੋ ਗਿਆ ਹੈ, ਸਤਿਗੁਰੂ ਜੀ ਕਹਿੰਦੇ ਉਹ ਸਭ ਤੋਂ ਮਹਾਨ ਹੈ, ਉਹ ਸਭ ਤੋਂ ਵੱਡਾ ਹੈ, ਉਹ ਇਸ ਦੁਨੀਆ 'ਚ ਵੀ ਤੇ ਰੱਬ ਦੀਆਂ ਨਜ਼ਰਾਂ ਵਿੱਚ ਸਤਿਕਾਰਿਆ ਜਾਂਦਾ ਹੈ। ਜਿਹਨੂੰ ਵਾਹਿਗੁਰੂ ਇਮਾਨ ਦਿੰਦਾ ਹੈ, ਉਹਦੇ ਇਸ ਮਾਣ ਨੂੰ ਕੋਈ ਘਟਾ ਹੀ ਨਹੀਂ ਸਕਦਾ। ਦੁਨੀਆ ਦੇ ਰੁਤਬੇ, ਦੁਨੀਆ ਦੇ ਪਦਾਰਥ ਜਿਸ ਨੂੰ ਮਨੁੱਖ ਨੇ ਮਾਣ ਸਮਝਿਆ ਹੈ, ਉਹਨਾਂ ਦੇ ਆਉਣ ਤੇ ਮਨੁੱਖ ਨੂੰ ਨਿਤ ਚਿੰਤਾ ਹੀ ਰਹਿੰਦੀ ਹੈ, ਕਿਤੇ ਇਹ ਘਟ ਨਾ ਜਾਏ। ਆਪਾਂ ਦੇਖਦੇ ਹਾਂ ਜਿਨ੍ਹਾਂ ਕੋ ਕੱਲ ਰੁਤਬੇ ਨੇ, ਅੱਜ ਖੁਸ਼ ਜਾਂਦੇ ਨੇ, ਉਹ ਬੜਾ ਆਪਣੇ ਆਪ ਨੂੰ ਅਪਮਾਨਿਤ ਮਹਿਸੂਸ ਕਰਦੇ ਨੇ ਕਿ ਅਸੀਂ ਅਪਮਾਨਿਤ ਹੋ ਗਏ ਹਾਂ। ਜਿਸ ਰੁਤਬੇ ਦੇ ਆਉਣ ਜਾਣ ਨਾਲ ਅਪਮਾਨ ਮਿਲਦਾ ਹੈ, ਉਹ ਰੁਤਬਾ ਹੀ ਕਾਹਦਾ ਹੈ? ਅਪਮਾਨ ਜੇ ਰੁਤਬਿਆਂ ਨਾਲ ਮਿਲਦਾ ਹੈ ਜਾਂ ਸਨਮਾਨ ਰੁਤਬਿਆਂ ਨਾਲ ਮਿਲਦਾ ਹੈ, ਧਨ ਨਾਲ ਮਿਲਦਾ ਹੈ, ਤੇ ਕੋਈ ਸਨਮਾਨ ਨਹੀਂ ਹੈ, ਤੇ ਸਨਮਾਨ ਹਜ਼ਾਰਾ ਹੈ। ਸਨਮਾਨ ਉਹ ਹੈ ਜਿਹੜਾ ਤੁਹਾਡਾ ਆਪਣਾ ਹੋਏ, ਤੁਹਾਡੇ ਅੰਦਰ ਗੁਣ ਹੋਣ। ਰੁਤਬਿਆਂ ਤੇ ਬੈਠ ਕੇ ਵੀ ਤੁਸੀਂ ਸਨਮਾਨਯੋਗ ਰਹੋ, ਤੇ ਜਿੱਥੇ ਜਾਓ ਉੱਥੇ ਵੀ ਤੁਹਾਡਾ ਰੁਤਬਿਆਂ ਵਾਲਾ ਹੀ ਸਨਮਾਨ ਰਹੇ। ਇਹ ਰੁਤਬੇ ਜ਼ਿੰਦਗੀ ਅੰਦਰ ਉੱਚੇ ਉੱਠਣ ਲਈ ਨੇ, ਇਹ ਮਨੁੱਖ ਦੇ ਲਈ ਨੇ। ਰੁਤਬਿਆਂ ਦਾ ਇਹ ਅਰਥ ਨਹੀਂ ਕਿ ਮੈਂ ਜਿੰਨਾ ਚ ਰੁਤਬੇ ਤੇ ਰਿਹਾ ਤੇ ਦੁਨੀਆ ਮੈਨੂੰ ਸਲਾਮਾ ਕਰਨ, ਜਦੋਂ ਉਤਰ ਗਿਆ ਤੇ ਦੁਨੀਆ ਮੈਨੂੰ ਡਾਂਗਾ ਮਾਰੀ, ਇਹ ਕੋਈ ਰੁਤਬੇ ਨਹੀਂ। ਰੁਤਬੇ ਦਾ ਅਰਥ ਸੀ ਕਿ ਇਹਨਾਂ ਰੁਤਬਿਆਂ ਤੇ ਬੈਠ ਕੇ ਅਸੀਂ ਇਹਨਾਂ ਰੁਤਬਿਆਂ ਦੇ ਹਾਣੀ ਬਣ ਜਾਈਏ, ਇਹਨਾਂ ਰੁਤਬਿਆਂ ਦੇ ਯੋਗ ਬਣ ਜਾਈਏ। ਸਾਡੀ ਅੰਦਰ ਦਾ ਜਿਹੜੀ ਸੁਰਤ ਹੈ, ਲੈਵਲ ਹੈ, ਸਾਡੀ ਜ਼ਿੰਦਗੀ ਦਾ ਜੋ ਆਚਾਰ ਵਿਹਾਰ ਇਹੋ ਜਿਹਾ ਬਣ ਜਾਏ, ਕੱਲ ਨੂੰ ਰੁਤਬੇ ਨਾ ਵੀ ਰਹਿਣ, ਅਸੀਂ ਫਿਰ ਵੀ ਉਹੀ ਮਾਣ ਪ੍ਰਾਪਤ ਕਰ ਸਕੀਏ। ਇਸ ਕਰਕੇ ਇਹ ਕੋਈ ਤਾਂ ਹੁੰਦਾ ਜੇ ਅੰਦਰ ਗੁਣ ਹੋਣਗੇ, ਜੇ ਅੰਦਰ ਨਿਰਮਾਣਤਾ ਹੋਏਗੀ। ਮਨੁੱਖ ਜ਼ਿੰਦਗੀ ਅੰਦਰ ਮਹਾਨ ਕਿਵੇਂ ਬਣ ਸਕਦਾ ਹੈ, ਉੱਚਾ ਕਿਵੇਂ ਉੱਠ ਸਕਦਾ ਹੈ? ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਅੱਜ ਦੇ ਇਸ ਪਵਿੱਤਰ ਮੁਖ ਵਾਕ ਰਾਹੀਂ ਸਾਨੂੰ ਗਿਆਨ ਬਖਸ਼ ਰਹੇ ਨੇ। ਆਓ ਆਪਾਂ ਮਿਲ ਕੇ ਗੁਰੂ ਕੇ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਸਾਂਝੀ ਕਰੀਏ। ਸਤਿਗੁਰੂ ਜੀ ਦੇ ਪਿਆਰ ਵਿੱਚ ਜੁੜਦੇ ਆ ਮਨ ਬਿਰਤੀਆਂ ਨੂੰ ਟਿਕਾਉਣ ਹਿੱਤ ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਪੰਜਵਾਂ। ਮਾਨੀ ਤੂੰ ਰਾਮ ਕੈ ਦਰ ਮਾਨੀ। ਧੰਨ ਗੁਰੂ ਅਰਜਨ ਸਾਹਿਬ ਜੀ ਦੇ ਇਹ ਪਵਿੱਤਰ ਬਚਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1228 ਤੇ ਅੰਕਿਤ ਹਨ। ਗੁਰਦੇਵ ਐਸ ਜਿੰਦ ਨੂੰ, ਜੀਵ ਨੂੰ ਸੰਬੋਧਨ ਕਰਕੇ ਕਹਿੰਦੇ, ਹੈ ਜਿੰਦੇ ਤੂੰ ਤਾਂ ਵਾਹਿਗੁਰੂ ਜੀ ਦੇ ਦਰ ਤੇ ਸਨਮਾਨੀ ਜਾਏਗੀ। ਮਾਨੀ ਦਾ ਅਰਥ ਹੁੰਦਾ ਹੈ ਮਾਣ ਮਿਲਣਾ, ਸਨਮਾਨ ਹੋ ਜਾਣਾ, ਸਨਮਾਨਯੋਗ ਹੋ ਜਾਣਾ। ਮਾਨੀ ਤੂੰ ਰਾਮ ਕੇ ਦਰ ਮਾਨੀ, ਹੈ ਜਿੰਦੇ ਤੂੰ ਤਾਂ ਪ੍ਰਮਾਤਮਾ ਦੇ ਦਰ ਤੇ ਮੰਨੀ ਜਾਏਗੀ, ਤੈਨੂੰ ਸਤਿਕਾਰ ਮਿਲੇਗਾ, ਤੈਨੂੰ ਵਡਿਆਈ ਮਿਲੇਗੀ ਜਦੋਂ ਤੂੰ ਪ੍ਰਮਾਤਮਾ ਦੇ ਗੁਣ ਗਾਏਂਗੀ। ਸਾਧ ਸੰਗ ਮਿਲ ਹਰ ਗੁਣ ਗਾਏ, ਬਿਨਸੀ ਸਭ ਅਵਮਾਨੀ। ਜਦੋਂ ਤੂੰ ਸਤ ਸੰਗਤ ਨਾਲ ਜੁੜ ਕੇ ਪ੍ਰਮਾਤਮਾ ਦੇ ਗੁਣ ਗਾਏਂਗੀ, ਪ੍ਰਮਾਤਮਾ ਦੇ ਗੁਣ ਗਾਉਂਦਿਆਂ ਕੀ ਹੋਏਗਾ? ਅੰਦਰੋਂ ਅਹੰਕਾਰ ਮਿਟੇਗਾ। ਅਹੰਕਾਰ ਹੀ ਸਾਰੇ ਦੁੱਖਾਂ ਦਾ ਕਾਰਨ ਹੈ। ਮਨੁੱਖ ਨੂੰ ਵਾਹਿਗੁਰੂ ਜੀ ਨੇ ਬੜਾ ਮਹਾਨ ਬਣਾਇਆ ਹੈ, ਇਹਨੂੰ ਕੋਈ ਨੀਵਾਂ ਨਹੀਂ ਕਰ ਸਕਦਾ ਮਨੁੱਖ ਨੂੰ। ਪਰ ਮਨੁੱਖ ਆਪਣੇ ਆਪ ਨੂੰ ਨੀਵਾਂ ਸਮਝਦਾ ਕਦੋਂ ਹੈ? ਜਦੋਂ ਉਹਦੇ ਅੰਦਰ ਹੰਕਾਰ ਹੁੰਦਾ ਕਿ ਮੈਂ ਬੜਾ ਵੱਡਾ ਹਾਂ। ਜਦੋਂ ਉਹਦੇ ਕੋਲ ਵਡਿਆਈ ਦੇ ਸਾਧਨ ਖੋ ਜਾਂਦੇ, ਉਦੋਂ ਆਪਣੇ ਆਪ ਉਹ ਨੀਵਾਂ ਹੋ ਜਾਂਦਾ ਹੈ। ਸਿਆਣੇ ਕਹਿੰਦੇ ਨੇ ਕਿ ਆਪਣੇ ਪੈਰਾਂ ਤੇ ਤੁਰਨਾ ਚਾਹੀਦਾ ਹੈ। ਇਵੇਂ ਕਹਿ ਲਓ ਕਿ ਫਹੋੜੀਆਂ ਦੇ ਆਸਰੇ ਤੇ ਚੱਲਣ ਵਾਲਾ ਬੰਦਾ ਕਿੰਨਾ ਕੁ ਤੁਰ ਸਕਦਾ ਹੈ। ਜਿਹੜਾ ਬੰਦਾ ਕਿਸੇ ਪਦਾਰਥ ਨੂੰ, ਕਿਸੇ ਰੁਤਬੇ ਨੂੰ ਸੋਚਦਾ ਹੈ ਕਿ ਮੇਰਾ ਮਾਣ ਹੈ, ਇਹ ਕਿੰਨਾ ਕੁ ਚਿਰ ਰਹੇਗਾ? ਇਹ ਤੇ ਸਦਾ ਨਹੀਂ ਰਹੇਗਾ। ਔਰ ਫਿਰ ਬੰਦਾ ਜਦੋਂ ਇਹਨਾਂ ਨੂੰ ਮਾਣ ਸਮਝਦਾ ਹੈ, ਇਹਨਾਂ ਨੂੰ ਪ੍ਰਾਪਤ ਕਰਨ ਲਈ ਬੜੇ ਨਜਾਇਜ਼ ਕੰਮ ਕਰਦਾ ਹੈ, ਬੜੇ ਝੂਠ ਬੋਲਦਾ ਹੈ, ਲੋਕਾਂ ਦੇ ਉੱਪਰ ਧੱਕਾ ਵੀ ਕਰਦਾ ਹੈ, ਨਜਾਇਜ਼ ਕੰਮ ਵੀ ਕਰਦਾ ਹੈ ਕਿ ਮੇਰਾ ਰੁਤਬਾ ਬਣਿਆ ਰਹਿਣਾ ਚਾਹੀਦਾ ਹੈ, ਦੁਨੀਆ ਜੋ ਮਰਜ਼ੀ ਕਰੇ।
ਇਸ ਕਰਕੇ ਜਦੋਂ ਰੁਤਬੇ ਚਲੇ ਜਾਂਦੇ ਨੇ ਉਹਨਾਂ ਹੀ ਮਨੁੱਖ ਦੁਖੀ ਹੁੰਦਾ ਹੈ ਜਿੰਨਾ ਉਹ ਲੋਕਾਂ ਨੂੰ ਦੁਖੀ ਕਰਦਾ ਹੈ। ਸਤਿਗੁਰੂ ਜੀ ਕਹਿੰਦੇ ਹੈ ਭਾਈ ਤੂੰ ਵਾਹਿਗੁਰੂ ਜੀ ਦੇ ਦਰ ਤੇ ਸਨਮਾਨੀ ਜਾਏਗੀ ਜੀਵੇ ਜਿੰਦੇ, ਤੈਨੂੰ ਵਾਹਿਗੁਰੂ ਜੀ ਦੇ ਦਰ ਤੇ ਬਹੁਤ ਸਤਿਕਾਰ ਮਿਲੇਗਾ, ਪਰ ਕਦੋਂ ਜਦੋਂ ਸਾਧ ਸੰਗ ਮਿਲ ਹਰ ਗੁਣ ਗਾਏ, ਜਦੋਂ ਸਤ ਸੰਗਤ ਦੇ ਰਾਹੀਂ ਪ੍ਰਮਾਤਮਾ ਦੇ ਗੁਣ ਗਾਓਗੇ, ਜਿਉਂ-ਜਿਉਂ ਪ੍ਰਮਾਤਮਾ ਦੇ ਗੁਣ ਗਾਓਗੇ, ਹੁਣ ਸਤ ਸੰਗਤ ਰਾਹੀਂ ਪ੍ਰਮਾਤਮਾ ਦੇ ਗੁਣ ਗਾਉਣ ਦਾ ਰਿਜ਼ਲਟ ਕੀ ਹੋਣਾ ਚਾਹੀਦਾ ਹੈ, ਜਾਂ ਆਪਾਂ ਇਹ ਕਹੀ ਕਿ ਆਊਟਪੁੱਟ ਕੀ ਹੋਣੀ ਚਾਹੀਦੀ ਹੈ। ਕਿਉਂਕਿ ਬਹੁਤ ਪੁਰਾਣੀ ਅਸੀਂ ਸਤ ਸੰਗਤ ਵਿੱਚ ਆਉਂਦੇ, ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ, ਰੱਬ ਦੇ ਗੁਣ ਵੀ ਬੜੇ ਗਾਉਂਦੇ ਆਪਾਂ, ਲੇਕਿਨ ਗੁਣ ਗਾਉਂਦੇ ਆ ਜਾਂ ਨਹੀਂ ਗਾਉਂਦੇ, ਅਸੀਂ ਰੱਬ ਦੇ ਗਾਉਂਦੇ ਕਿ ਆਪਣੇ ਹੀ ਗਾਉਂਦੇ ਆ, ਇਹ ਕਿਵੇਂ ਪਤਾ ਲੱਗੇ? ਕਈ ਵਾਰੀ ਗੱਲ ਰੱਬ ਦੀ ਕਰਦੇ ਆ, ਲੇਕਿਨ ਸਾਡੇ ਅੰਦਰ ਭੁੱਖ ਆਪਣੀ ਸ਼ੋਭਾ ਵਧਾਉਣ ਦੀ ਹੁੰਦੀ ਹੈ। ਆਪਾਂ ਦੇਖਦੇ ਆ ਗੁਰੂ ਦੇ ਦਰ ਤੇ ਸੇਵਾ ਕਰਦਾ ਬੰਦਾ ਇਹ ਦਰਸਾਉਣਾ ਚਾਹੁੰਦਾ ਕਿ ਮੈਂ ਸੇਵਾ ਕਰਦਾ ਹਾਂ, ਲੋਕਾਂ ਨੂੰ ਪਤਾ ਲੱਗੇ ਕਿ ਮੈਂ ਵੀ ਕੋਈ ਸੇਵਾ ਕਰਦਾ ਹਾਂ। ਔਰ ਜਦੋਂ ਉਹਦੇ ਅੰਦਰ ਇਹ ਖਿਆਲ ਹੁੰਦਾ ਨਾ, ਉਹਦਾ ਗੁਰਦੁਆਰੇ ਫਿਰਨ ਤੁਰਨ ਦਾ ਢੰਗ ਤਰੀਕਾ ਹੀ ਬਦਲ ਜਾਂਦਾ ਹੈ। ਉਹ ਲੋਕਾਂ 'ਚ ਆਪਣੇ ਆਪ ਨੂੰ ਕੁਝ ਖਾਸ ਸਮਝਦਾ, ਵੱਖਰਾ ਜਿਹਾ ਸਮਝਦਾ ਕਿ ਮੈਂ ਇੱਥੇ ਦਾ ਕੋਈ ਖਾਸ ਹਾਂ, ਮੈਂ ਸੇਵਾ ਕਰਦਾ ਹਾਂ। ਉਹ ਰੱਬ ਦੇ ਗੁਣ ਗਾਉਣ ਨਹੀਂ ਆਇਆ ਹੁੰਦਾ, ਨਾ ਹੀ ਉਹ ਕੋ ਗੁਰੂ ਦੀ ਸੇਵਾ ਕਰਨ ਲਈ ਆਇਆ ਹੁੰਦਾ, ਉਹ ਤੇ ਆਪਣਾ ਆਪ ਦਰਸਾਉਣ ਲਈ ਆਇਆ ਹੁੰਦਾ ਕਿ ਲੋਕਾਂ ਨੂੰ ਪਤਾ ਲੱਗੇ ਕਿ ਮੈਂ ਕੁਝ ਹਾਂ। ਬੰਦਾ ਕਈ ਵਾਰੀ ਨਾਂ ਰੱਬ ਦਾ ਹੀ ਲੈਂਦਾ ਪਰ ਗੁਣ ਆਪਣੇ ਗਾਉਂਦਾ, ਗੱਲ ਰੱਬ ਦੀ ਕਰਦਾ ਪਰ ਵਡਿਆਈ ਆਪਣੀ ਚਾਹੁੰਦਾ ਹੈ। ਹੁਣ ਰੱਬ ਦੇ ਗੁਣ ਗਾਉਣ ਦਾ ਰਿਜ਼ਲਟ ਕੀ ਹੁੰਦਾ ਜਾਂ ਪਤਾ ਕਿਵੇਂ ਲੱਗੇ ਕਿ ਕਿਸੇ ਮਨੁੱਖ ਨੇ ਰੱਬ ਦੇ ਗੁਣ ਗਾਏ ਨੇ? ਕਿਉਂਕਿ ਬਹੁਤ ਲੋਕ ਨੇ ਜਿਹੜੇ ਰੱਬ ਦੇ ਨਾਮ ਨਾਲ ਜੁੜੇ ਹੋਏ ਨੇ, ਕਿ ਜਿਵੇਂ ਕਿਵੇਂ ਕਿਸੇ ਵੀ ਤਰੀਕੇ ਨਾਲ ਰੱਬ ਵਾਲੇ ਬੰਨੇ ਲੱਗੇ ਹੋਏ ਨੇ। ਸਤਿਗੁਰੂ ਜੀ ਕਹਿੰਦੇ ਸਾਧ ਸੰਗ ਮਿਲ ਹਰ ਗੁਣ ਗਾਏ, ਜਿਨ੍ਹਾਂ ਨੇ ਸਾਧ ਸੰਗਤ ਰਾਹੀਂ ਮਿਲ ਕੇ ਪ੍ਰਮਾਤਮਾ ਦੇ ਗੁਣ ਗਾਏ, ਬਿਨਸੀ ਸਭ ਅਭਿਮਾਨੀ, ਉਹਨਾਂ ਨੇ ਅੰਦਰੋਂ ਹਰ ਤਰ੍ਹਾਂ ਦਾ ਅਭਿਮਾਨ ਮਿਟ ਗਿਆ, ਹੰਕਾਰ ਮਿਟ ਗਿਆ ਉਹਨਾਂ ਦੇ ਅੰਦਰੋਂ। ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਅੰਦਰੋਂ ਅਹੰਕਾਰ ਮਿਟ ਗਿਆ ਉਹ ਵਾਹਿਗੁਰੂ ਜੀ ਦੇ ਦਰ ਤੇ ਸਨਮਾਨੇ ਗਏ। ਰੱਬ ਦੇ ਦਰ ਦਾ ਇੱਕ ਕਾਨੂੰਨ ਹੈ ਕਿ ਦਰਗੇ ਮਾਣ ਨਿਮਾਣਾ ਪਾਵੇ। ਰੱਬ ਦੇ ਦਰ ਤੇ ਮਾਣ ਨਿਮਾਣਿਆਂ ਨੂੰ ਮਿਲਦਾ ਹੈ, ਹੰਕਾਰੀਆਂ ਨੂੰ ਨਹੀਂ। ਗੁਰਬਾਣੀ ਦੇ ਬਚਨ ਕਿ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਅਹੰਕਾਰੀਆਂ ਨੂੰ ਪਛਾੜ ਦਿੰਦਾ ਹੈ ਪ੍ਰਮਾਤਮਾ, ਹਰ ਜੀਓ ਅਹੰਕਾਰ ਨਾ ਪਾਵੇ। ਰੱਬ ਨੂੰ ਅਹੰਕਾਰ ਬਿਲਕੁਲ ਚੰਗਾ ਨਹੀਂ ਲੱਗਦਾ। ਹੰਕਾਰ ਕਿਸੇ ਵੀ ਤਰ੍ਹਾਂ ਦਾ ਮਨੁੱਖ ਲਈ ਬੜਾ ਘਾਤਕ ਹੈ। ਕੋਈ ਧਨ ਦੌਲਤ ਦਾ ਹੰਕਾਰ ਕਰਦਾ ਉਹ ਵੀ ਵਧੀਆ ਨਹੀਂ ਹੈ, ਪਰ ਕੋਈ ਧਰਮ ਦਾ ਕਰੇ ਉਹ ਵੀ ਵਧੀਆ ਨਹੀਂ ਹੈ। ਕਿ ਮੈਂ ਬੜਾ ਧਾਰਮਿਕ ਹਾਂ, ਮੈਂ ਬੜਾ ਗਿਆਨਵਾਨ ਹਾਂ, ਮੈਂ ਬੜਾ ਸੇਵਾਦਾਰ ਹਾਂ, ਜਾਂ ਮੈਂ ਬੜਾ ਰੁਤਬੇ ਵਾਲਾ ਹਾਂ, ਇਹ ਵੀ ਤੇ ਹੰਕਾਰ ਹੈ ਨਾ। ਇਸ ਕਰਕੇ ਕਈ ਵਾਰ ਨਾ ਬਾਹਰਲੇ ਜਿਹੜੇ ਹੰਕਾਰੀ ਲੋਕ ਨੇ ਉਹ ਜਦੋਂ ਰੱਬ ਨਾਲ ਜੁੜਦੇ ਨੇ ਤੇ ਉਹ ਬਹੁਤ ਅੱਗੇ ਚਲੇ ਜਾਂਦੇ ਨੇ। ਧਰਮ ਦੀ ਦੁਨੀਆ 'ਚ ਬੰਦਾ ਉੱਥੇ ਦਾ ਉੱਥੇ ਬੈਠਾ ਰਹਿੰਦਾ। ਉਹਦਾ ਕਾਰਨ ਇਹ ਹੈ ਕਿ ਮਨੁੱਖ ਧਰਮ ਦੀ ਦੁਨੀਆ ਸੋਚਦਾ ਕਿ ਮੈਂ ਹੁਣ ਜੋ ਮਰਜ਼ੀ ਕਰੀ ਜਾਵਾਂ ਐਵੇਂ ਮੈਨੂੰ ਰੱਬ ਰਹਿਮਤ ਕਰ ਦੇਵੇਗਾ। ਰੱਬ ਦੇ ਨਾਂ ਤੇ, ਰੱਬ ਦੇ ਪ੍ਰਮਾਤਮਾ ਦੇ ਨਾਂ ਤੇ ਕਰਮ ਕਰਦੇ ਆ। ਜੇ ਮਨੁੱਖ ਦੇ ਅੰਦਰ ਹੰਕਾਰ ਹੈ ਤੇ ਉਹ ਹੰਕਾਰ ਵੀ ਬੜਾ ਖਤਰਨਾਕ ਹੈ। ਸਿਆਣੇ ਕਹਿੰਦੇ ਕਿ ਇੱਕ ਸੱਪ ਤੁਰਿਆ ਆਏ ਨਾ, ਖਤਰਨਾਕ ਹੈ। ਸੱਪ ਜਿਹੜਾ ਕਿਤੇ ਡੰਗ ਮਾਰ ਦੇ ਤੇ ਮਨੁੱਖ ਦੀ ਜ਼ਿੰਦਗੀ ਖਤਰੇ 'ਚ ਪੈ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਸੱਪ ਖਤਰਨਾਕ ਹੈ, ਸੱਪ ਤੋਂ ਬਚਣ ਲਈ ਬੰਦਾ ਕੋਈ ਨਾ ਕੋਈ ਉਪਾਅ ਕਰ ਲੈਂਦਾ, ਪਰ ਸੱਪ ਨਾਲੋਂ ਜ਼ਿਆਦਾ ਖਤਰਨਾਕ ਹੈ ਗੁੜ 'ਚ ਦਿੱਤੀ ਹੋਈ ਜ਼ਹਿਰ। ਉਹ ਜਿਹੜੀ ਗੁੜ ਵਿਚਲੀ ਜ਼ਹਿਰ ਹੈ ਨਾ, ਉਹਦਾ ਪਤਾ ਹੀ ਨਹੀਂ ਲੱਗਦਾ ਬੰਦੇ ਨੂੰ, ਖਾਈ ਚਲਿਆ ਜਾਂਦਾ ਮਿੱਠੀ ਸਮਝ ਕੇ, ਲੇਕਿਨ ਉਹ ਮਨੁੱਖ ਦੀ ਜ਼ਿੰਦਗੀ ਲਈ ਘਾਤਕ ਹੈ। ਸੱਪ ਖਤਰਨਾਕ ਹੈ, ਪਰ ਗੁੜ ਦੀ ਜ਼ਹਿਰ ਉਦੋਂ ਜ਼ਿਆਦਾ ਖਤਰਨਾਕ ਹੈ, ਕਿਉਂਕਿ ਸੱਪ ਨੂੰ ਦੇਖ ਕੇ ਬੰਦਾ ਕੋਈ ਬਚਾਅ ਦਾ ਸਾਧਨ ਕਰ ਲੈਂਦਾ। ਹੁਣ ਗੁੜ ਦੀ ਜ਼ਹਿਰ ਦਾ ਪਤਾ ਹੀ ਨਹੀਂ ਹੈ। ਬਿਲਕੁਲ ਇਸੇ ਤਰੀਕੇ ਦੇ ਨਾਲ ਜਿਹੜਾ ਧਰਮ ਦੀ ਦੁਨੀਆ 'ਚ ਹੰਕਾਰ ਹੈ ਨਾ, ਇਹ ਗੁੜ ਦੀ ਜ਼ਹਿਰ ਵਰਗਾ ਹੀ ਹੈ। ਬੰਦਾ ਸੋਚਦਾ ਕਿ ਮੈਂ ਬੜਾ ਧਾਰਮਿਕ ਹਾਂ, ਦੁਨੀਆ ਬੜਾ ਮੈਨੂੰ ਮਾਣ ਦੇ ਰਹੀ ਹੈ, ਸਤਿਕਾਰ ਦੇ ਰਹੀ ਹੈ, ਦੁਨੀਆ ਮੱਥੇ ਟੇਕ ਰਹੀ ਹੈ, ਲੇਕਿਨ ਜਿਵੇਂ ਗੁੜ ਦੀ ਜ਼ਹਿਰ ਹੈ ਨਾ, ਇਸੇ ਤਰੀਕੇ ਨਾਲ ਇਹ ਵੀ ਇੱਕ ਜ਼ਹਿਰ ਮਿੱਠੀ ਹੈ, ਮਨੁੱਖ ਨੂੰ ਪਤਾ ਨਹੀਂ ਲੱਗਦਾ, ਧਰਮ ਦਾ ਹੰਕਾਰ ਆ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਜਿੰਦੇ, ਜਦੋਂ ਤੇਰੇ ਅੰਦਰੋਂ ਹਰ ਤਰ੍ਹਾਂ ਦਾ ਅਭਿਮਾਨ ਮਿਟ ਗਿਆ, ਹਰ ਤਰ੍ਹਾਂ ਦਾ ਹੰਕਾਰ ਮਿਟ ਗਿਆ, ਰੱਬ ਦੇ ਗੁਣ ਗਾਉਂਦੇ ਆ, ਉਦੋਂ ਤੂੰ ਰੱਬ ਦੇ ਦਰ ਤੇ ਸਨਮਾਨੀ ਜਾਏਗੀ। ਪਰਮਾਤਮਾ ਦੀ ਇਹ ਵਡਿਆਈ ਹੈ, ਹਰ ਕੀ ਵਡਿਆਈ ਦੇਖੋ ਸੰਤੋ,
ਹਰ ਨਿਮਾਣਿਆ ਮਾਣ ਦਿਵਾਏ। ਪਰਮਾਤਮਾ ਨਿਮਾਣਿਆਂ ਨੂੰ ਮਾਣ ਦਿੰਦਾ ਹੈ। ਪਰਮਾਤਮਾ ਦੇ ਦਰ ਤੇ ਅਹੰਕਾਰੀਆਂ ਨੂੰ ਕੋਈ ਥਾਂ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਦੋਂ ਸਤ ਸੰਗਤ ਵਿੱਚ ਮਿਲ ਕੇ ਪਰਮਾਤਮਾ ਦੇ ਗੁਣ ਗਾਏ, ਹਰ ਤਨ ਦਾ ਹੰਕਾਰ ਮਿਟ ਗਿਆ। ਹੇ ਜਿੰਦੇ ਤੂੰ ਉਦੋਂ ਵਾਹਿਗੁਰੂ ਜੀ ਦੇ ਦਰ ਤੇ ਸਨਮਾਨੀ ਜਾਏਗੀ, ਵਾਹਿਗੁਰੂ ਜੀ ਦੇ ਦਰ ਤੇ ਵਡਿਆਈ ਮਿਲੇਗੀ। ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਜੁਗਤ ਸਤਿਗੁਰੂ ਜੀ ਨੇ ਕੀ ਦੱਸੀ ਹੈ? ਕੇਵਲ ਇੱਕੋ ਹੀ ਹੈ ਕਿ ਅੰਦਰੋਂ ਅਹੰਕਾਰ ਤਿਆਗ ਦਿਓ। ਜਗਿਆਸੂ ਸਤਿਗੁਰੂ ਜੀ ਦੇ ਕੋਲ ਬੇਨਤੀ ਕਰਦਾ ਹੈ ਕਿ ਪਾਤਸ਼ਾਹ ਉਸ ਵਾਹਿਗੁਰੂ ਜੀ ਨੂੰ ਮਿਲਣ ਦੀ ਕੋਈ ਜੁਗਤ ਦੱਸ ਦਿਓ, ਕੋਈ ਬਖਸ਼ਿਸ਼ ਕਰ ਦਿਓ, ਕੋਈ ਬਚਨ ਦੇ ਦਿਓ। ਸੋਰਠ ਰਾਗ ਵਿੱਚ ਸਤਿਗੁਰੂ ਜੀ ਦੇ ਬੜੇ ਪਿਆਰੇ ਬਚਨ ਕਿ ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰ ਹਾਈ, ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ। ਸਤਿਗੁਰੂ ਜੀ ਇੱਕੋ ਹੀ ਵਾਹਿਗੁਰੂ ਦੇ ਅਸੀਂ ਬੱਚੇ ਹਾਂ, ਇੱਕੋ ਹੀ ਪ੍ਰਮਾਤਮਾ ਸਾਡਾ ਪਿਤਾ ਹੈ। ਤੂੰ ਮੇਰਾ ਗੁਰੂ ਹੈ, ਮੈਂ ਤੇਰਾ ਸੇਵਕ ਹਾਂ। ਮੇਰੀ ਬੇਨਤੀ ਹੈ ਕਿ ਮੈਨੂੰ ਵਾਹਿਗੁਰੂ ਜੀ ਦੇ ਦਰਸ਼ਨ ਕਰਾ ਦਿਓ। ਪਾਵ ਮਲੋਵਾ ਮਲ ਮਲ ਧੋਵਾ, ਇਹ ਮਨ ਤੈ ਕੂ ਦੇਸਾਂ, ਸੁਣ ਮੀਤਾ ਹੋਂ ਤੇਰੀ ਸਰਣਾਈ ਆਇਆ, ਪ੍ਰਭ ਮਿਲੋ ਦੇਹੋ ਉਪਦੇਸਾ। ਐ ਮਿੱਤਰ ਸਤਿਗੁਰੂ ਜੀ ਤੁਹਾਡੀ ਸ਼ਰਨ ਚ ਆ ਕੇ ਮੈਂ ਬੇਨਤੀ ਕਰਦਾ ਹਾਂ ਕਿ ਤੁਹਾਡੇ ਪੈਰ ਪਲੋਸਦਾ ਹਾਂ, ਮਲ ਮਲ ਕੇ ਧੋਂਦਾ ਹਾਂ। ਮੈਂ ਬੇਨਤੀ ਕਰਦਾ ਹਾਂ ਮੈਨੂੰ ਉਹ ਉਪਦੇਸ਼ ਦਿਓ ਕਿ ਮੈਨੂੰ ਪ੍ਰਮਾਤਮਾ ਮਿਲ ਪਏ, ਉਹ ਰੱਬ ਜੀ ਦੇ ਨਾਲ ਮੇਰੀ ਸਾਂਝ ਬਣ ਜਾਏ। ਕਿ ਸਤਿਗੁਰੂ ਜੀ ਨੇ ਜਿਹੜਾ ਉਪਦੇਸ਼ ਦਿੱਤਾ ਕਿ ਮਾਣ ਨਾ ਕੀਜੈ, ਪਹਿਲੀ ਗੱਲ ਹੈ ਕਿ ਮਾਣ ਨਾ ਕੀਜੈ, ਸ਼ਰਨ ਪਰੀਜੈ, ਕਰੈ ਸੋ ਭਲਾ ਮਨਾਈਐ, ਸੁਣ ਮੀਤਾ ਜੀਓ ਪਿੰਡ ਸਭ ਤਨ ਅਰ ਪੀਜੈ, ਇਉਂ ਦਰਸ਼ਨ ਹਰ ਜੀਓ ਪਾਈਐ। ਐ ਮਿੱਤਰ ਜੇ ਤੂੰ ਉਸ ਰੱਬ ਦੇ ਪਿਆਰ ਜੋੜਨਾ ਚਾਹੁੰਦਾ, ਪਹਿਲੀ ਗੱਲ ਮਾਣ ਨਾ ਕਰਿਆ ਕਰ, ਹੰਕਾਰ ਨਾ ਕਰਿਆ ਕਰ। ਰੱਬ ਨੂੰ ਅਹੰਕਾਰ ਚੰਗਾ ਨਹੀਂ ਲੱਗਦਾ। ਰੱਬ ਦੀ ਸ਼ਰਨ ਚ ਡਿੱਗ ਜਾ, ਜੋ ਰੱਬ ਕਰਦਾ ਉਹਨੂੰ ਖਿੜੇ ਮੱਥੇ ਪ੍ਰਵਾਨ ਕਰੀ ਜਾ। ਜਦੋਂ ਵਾਹਿਗੁਰੂ ਜੀ ਦੇ ਭਾਣੇ ਵਿੱਚ ਚੱਲੇਗਾ, ਹੰਕਾਰ ਤੋਂ ਰਹਿਤ ਹੋ ਜਾਏਗਾ। ਸਤਿਗੁਰੂ ਜੀ ਕਹਿੰਦੇ ਉਹ ਦਰਸ਼ਨ ਹਰ ਜੀਓ ਪਾਈਏ। ਇਸ ਤਰੀਕੇ ਨਾਲ ਉਸ ਵਾਹਿਗੁਰੂ ਜੀ ਦੇ ਦੀਦਾਰ ਤੂੰ ਕਰ ਲਏਗਾ। ਉਹਦੀ ਸ਼ਰਤ ਹੈ ਕਿ ਮਾਣ ਨਾ ਕੀਜੈ। ਸਤਿਗੁਰੂ ਜੀ ਦਾ ਬਚਨ ਕਿ ਸਾਡੇ ਅੰਦਰ ਇੱਕੋ ਹੀ ਦੀਵਾਰ ਹੈ ਜੋ ਪ੍ਰਮਾਤਮਾ ਨਾਲ ਮਿਲ ਨਹੀਂ ਦਿੰਦੀ। ਪ੍ਰਮਾਤਮਾ ਦੇ ਕਿਤੇ ਦੂਰ ਨਹੀਂ ਹੈ। ਪ੍ਰਮਾਤਮਾ ਸਾਡੇ ਕੋਲ ਹੈ, ਹਾਜ਼ਰ ਹਜ਼ੂਰ ਹੈ, ਸਾਡੇ ਅੰਦਰ ਹੈ, ਸਾਡੇ ਬਾਹਰ ਹੈ। ਸਾਨੂੰ ਪ੍ਰਮਾਤਮਾ ਦੇ ਦੀਦਾਰ ਕੋ ਨਹੀਂ ਹੁੰਦੇ। ਸਤਿਗੁਰੂ ਜੀ ਕਹਿੰਦੇ ਉਹਦਾ ਕਾਰਨ ਕਿ ਧਨ ਫਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ। ਧਨ ਦਾ ਅਰਥ ਹੈ ਇਸਤਰੀ, ਫਿਰ ਦਾ ਅਰਥ ਹੈ ਪਤੀ। ਉਹ ਪਤੀ ਪ੍ਰਮਾਤਮਾ ਤੇ ਜੀਵ ਇਸਤਰੀ ਕੋਈ ਥਾਂ ਤੇ ਨੇ, ਪਰ ਵਿੱਚ ਹਉਮੈ ਭੀਤ ਕਰਾਰੀ, ਵਿੱਚ ਅਹੰਕਾਰ ਦੀ ਇੱਕ ਬੜੀ ਕਰੜੀ ਮਜ਼ਬੂਤ ਦੀਵਾਰ ਆ ਗਈ। ਗੁਰ ਪੂਰੇ ਹਉਮੈ ਭੀਤ ਤੋਰੀ, ਜਨ ਨਾਨਕ ਮਿਲੈ ਬਨਵਾਰੀ। ਜਦੋਂ ਪੂਰਾ ਸਤਿਗੁਰੂ ਜੀ ਹੰਕਾਰ ਦੀ ਦੀਵਾਰ ਕੱਟ ਦਿੰਦਾ ਹੈ ਨਾ, ਉਦੋਂ ਪ੍ਰਮਾਤਮਾ ਦੀ ਦੀਦਾਰ ਹੁੰਦੀ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਪ੍ਰਮਾਤਮਾ ਨੂੰ ਮਿਲਣ ਦਾ ਤਰੀਕਾ ਹੈ ਕਿ ਹਉਮੈ ਜਾਈ ਤਾਂ ਕੰਤ ਸਮਾਈ। ਜਦੋਂ ਹੰਕਾਰ ਮਿਟ ਗਿਆ ਉਦੋਂ ਅਸੀਂ ਪ੍ਰਮਾਤਮਾ ਸਮਾ ਜਾਵਾਂਗੇ, ਲਿਵਲੀਨ ਹੋ ਜਾਵਾਂਗੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਅਜਿੰਦੇ ਜਦੋਂ ਤੂੰ ਸਤ ਸੰਗਤ ਰਾਹੀਂ ਪ੍ਰਮਾਤਮਾ ਦੇ ਗੁਣ ਗਾਏਗੀ, ਤੇਰੇ ਅੰਦਰੋਂ ਅਹੰਕਾਰ ਮਿਟੇਗਾ, ਉਦੋਂ ਤੂੰ ਰੱਬ ਦੇ ਦਰ ਤੇ ਸਨਮਾਨੀ ਜਾਏਗੀ, ਤੈਨੂੰ ਸਤਿਕਾਰ ਮਿਲੇਗਾ। ਵਾਰ-ਵਾਰ ਗੁਰਬਾਣੀ ਸਤਿਗੁਰੂ ਜੀ ਨੇ ਕਿਹਾ ਪ੍ਰਮਾਤਮਾ ਦੇ ਗੁਣ ਗਾਓ। ਪ੍ਰਮਾਤਮਾ ਦੇ ਗੁਣ ਗਾਉਣ ਦਾ ਅਰਥ ਕੀ ਹੈ? ਇਹ ਰੱਬ ਦੀਆਂ ਜਿੰਨੀਆਂ ਦਾਤਾਂ ਵਾਹਿਗੁਰੂ ਜੀ ਨੇ ਸਾਨੂੰ ਦਿੱਤੀਆਂ ਨੇ, ਅਸੀਂ ਤੇ ਬਹੁਤ ਵੱਡੇ ਭਾਗਾਂ ਵਾਲੇ ਹਾਂ। ਸਾਨੂੰ ਇੰਨੀ ਮਹਾਨ ਉੱਤਮ ਮਨੁੱਖਾ ਜ਼ਿੰਦਗੀ ਦਿੱਤੀ ਪ੍ਰਮਾਤਮਾ ਨੇ। ਸਾਨੂੰ ਇੰਨੀ ਵਧੀਆ ਧਰਤੀ ਤੇ ਪ੍ਰਮਾਤਮਾ ਨੇ ਰਹਿਣ ਦਾ ਸਬੱਬ ਦਿੱਤਾ। ਸਾਨੂੰ ਇੰਨੇ ਸੋਹਣੇ ਸ਼ਹਿਰਾਂ 'ਚ, ਵਧੀਆ ਘਰਾਂ 'ਚ ਸੋਹਣੇ ਕਾਰੋਬਾਰ ਬਖਸ਼ੇ, ਪਰਿਵਾਰ ਬਖਸ਼ੇ, ਤੰਦਰੁਸਤੀ ਬਖਸ਼ੀ ਹੈ। ਬੇਅੰਤ ਦਾਤਾਂ ਵਾਹਿਗੁਰੂ ਜੀ ਨੇ ਦਿੱਤੀਆਂ ਨੇ। ਹੁਣ ਇੰਨੀਆਂ ਦਾਤਾਂ ਵਰਤਦੇ ਆ, ਜੇ ਅਸੀਂ ਰੱਬ ਦੇ ਗੁਣ ਨਾ ਗਾਈਏ ਤੇ ਇਹਨੂੰ ਅਕਿਰਤ ਕਹਾਣੀ ਆਪਾਂ ਕਵਾਂਗੇ ਨਾ, ਦੁਨਿਆਵੀ ਤੌਰ ਤੇ ਕੋਈ ਸਾਡੀ ਮਾੜੀ ਜੀ ਮਦਦ ਕਰੇ, ਹੈਲਪ ਕਰੇ, ਅਸੀਂ ਉਹਦਾ ਧੰਨਵਾਦ ਕਰਦੇ ਆ। ਨਾ ਕਰੀਏ ਆਪਾਂ ਕਹਿੰਦੇ ਤੇ ਬੰਦਾ ਹੀ ਕਿਰਤ ਖਾਣਾ। ਇਹਨੇ ਇਹਦੇ ਬਦਲੇ ਅਸੀਂ ਕੰਮਕਾਰ ਕੀਤਾ, ਮਦਦ ਕੀਤੀ, ਇਹਨੇ ਕਦੀ ਫੋਨ ਵੀ ਨਹੀਂ ਕੀਤਾ, ਕਦੀ ਇਹਨੇ ਧੰਨਵਾਦ ਵੀ ਨਹੀਂ ਕੀਤਾ। ਜਿਸ ਪ੍ਰਮਾਤਮਾ ਨੇ ਇੰਨਾ ਕੁਝ ਦਿੱਤਾ ਹੈ, ਉਸ ਪ੍ਰਮਾਤਮਾ ਨੂੰ ਭੁਲਾ ਦੇਣਾ ਇਹ ਅਕਿਰਤ ਕਣਤਾ ਹੈ। ਭਾਰੇ ਭੂਈ ਅਕਿਰਤ ਕਣ ਮੰਦੀ ਹੂੰ ਮੰਦੇ, ਜਿਨੇ ਵਿਸਾਰਿਆ ਨਾਮ ਤੇ ਭੋਏ ਭਾਰ ਥੀਏ। ਸਤਿਗੁਰੂ ਜੀ ਕਹਿੰਦੇ ਅਸੀਂ ਤੇ ਧਰਤੀ ਤੇ ਭਾਰ ਹੀ ਬਣ ਕੇ ਰਹਿ ਗਏ, ਕਿਉਂਕਿ ਕਦੀ ਰੱਬ ਨੂੰ ਚੇਤੇ ਨਹੀਂ ਕੀਤਾ। ਰੱਬ ਦੇ ਗੁਣ ਗਾਉਣ ਦਾ ਅਰਥ ਇਹ ਹੈ
कि रब दीआं दित्तियां दातां नूं देख के उस वाहिगुरू जी नूं चेते करना कि ये घर वाहिगुरू जी दा बख्शिया है, कारोबार वाहिगुरू जी दा बख्शिया, ये है रब दे गुण गाउणा। सतगुरु जी कहंदे ज्यों ज्यों सत संगत राही परमात्मा दे गुण गाओगे, क्योंकि सत संगत विच ही परमात्मा दे गुण गाउण दी प्रेरणा मिलनी है, किते कबरां तो नहीं मिलनी, किसे मूर्तां ने नहीं ये गल तुहानूं कहनी, किसे मत्थे टकाउण वाले ने गल किते नहीं कहनी रब दे गुण गाया करो। ये तो सत संगत में जिथे सच की गल हुंदी है उत्थे ये प्रेरणा मिलती है कि परमात्मा दे गुण गाओ। गुरबाणी तो वार वार ये गल कहंदी, साधो गोबिंद के गुण गावो, मानस जन्म अकारथ अमोलक पाया, बिरथा काहे गवावो। ओ भाई ये मनुखा जिंदगी बड़ी अमोल है, कि बिरथा क्यों गवाई जाते हो? जे रब दे गुण नहीं गाओगे जिंदगी बिरथा चली जाएगी। गुरु तेग बहादुर साहब जी दे पवित्र बचन के गुण गोबिंद गायो नहीं, जन्म अकारथ कीन। जिन्हां ने गोबिंद दे गुण नहीं ना गाए उन्हां दा जीवन अकार चलिया गया। गुण गाउण दा अर्थ है रब दे शुकराने विच जुड़े रहना, रब दे धन्नवाद विच जुड़े रहना। ज्यों ज्यों असीं धन्नवाद करांगे, ज्यों ज्यों परमात्मा दीआं ये दित्तियां दातां सानूं महसूस होणगीਆਂ, त्यों त्यों हंकार मिटेगा। हंकार काहदा है? कि मेरा कारोबार बड़ा तगड़ा है। हंकार काहदा? कि मैं बड़ा सोहना हाँ, मैं बड़ा तगड़ा हाँ, मैं बड़ा गुणवान हाँ, मैं बड़ा विद्वान हाँ, मैं बड़ा धनवान। हंकार तां इन्हां चीज़ां दा है कि जदों ये ख्याल आया कि ते दातां रब दीआं दित्तियां ने, अपना है ही कुछ नहीं, हंकार आपे मिट गया। जदों पता लगा कि मेरा मुझ में किछ नहीं, साडा कुछ भी नहीं है, ना कुछ असीं लैके आए हैं ते ना असीं लैके जाना। हंकार काहदा? जदों आए सां कल्ले ही आए सां, कोई वस्त्र भी नहीं सी साडे कोल, निर्वस्त्र आए सां धरती ते आपां। ते जदों जाना है उदों ते कुछ भी नहीं जाना। ये तो एक भरम है, ठीक है, रिश्तेदार प्यार वाले उत्ते बड़े बड़े कीमती लोइयां पा दिंदे ने, कपड़े पांदे, किहड़ियां वो इत्थे सड़ जांदियां ने। जदों आए सां शरीर लैके आए सां, जदों जाना है उदों ते शरीर भी नाल नहीं जांदा। हंकार काहदा? जदों ये शरीर भी नाल नहीं जाना, ये धन नाल नहीं जाना, ये कोई घर नाल नहीं जाना, कोई रुतबा नाल नहीं जाना, कोई परिवार दा जी नाल नहीं जाना, ते हंकार किहड़ी गल दा? ये तो इवें है जिवें सरां च आके ना एक रात रहिंदे कोई बंदा इवें हंकार करी जाए कि मेरा घर है। ये दुनिया एक सरां सी, इत्थे वाहिगुरू जी ने एक सानू बड़ा सोहना मौका दिता सी मौज मानण दा। दुनी सुहावा बाग किया बाबा कबीर फरीद साहब जी ने, दुनी सुहावा बाग। हुण बाग दे विच जाके कोई बजाए इहदे कि बाग दी मौज माणे, कोई फल खाए, कोई फुल बूटे देखे, कोई कुदरत दे आनंद नूं माणे, कही जाए बाग ही मेरा है, उत्थे जफे मारी जाए। गया वो कुछ चिर लई है ते उत्थे हंकार करी जाए, उहनूं आपां सियाणे कहांगे। परमात्मा ने ते ये जिंदगी सानू दित्ती सी इस धरती ते आके कुछ चिर मौज मानण लई। मौज दा अर्थ है कि आनंद विच विचरन दे लई। आनंद विच विचरिया इवें नहीं जांदा कि मैं जो मर्जी खाई जावां ते बड़ा आनंद है। जो मर्जी खाई जाओ, शरीर ते साडा ही रोगी होना है। ये जिहड़ा सी खाण पीण नूं मौज मेला किहा ना, ईट ड्रिंक एंड बी मैरी, इहदे तो रोग ही पैदा हुंदे ने, होर कुछ मौज नहीं पैदा हुंदी। साडी जिंदगी च रोगां दा दुखां दा कारण खाना पीना है। खसम विसार किए रस भोग, तन तन उठ खलोए रोग। मौज की है? मौज वो काम है जिस काम तो बाद कोई चिंता ना रहे, जिस काम तो बाद सानू कोई डारी ना रहे, जिस काम तो बाद सानू किसी तरह का कोई फिक्र ना रहे। सतगुरु जी कहते ने कि रोग सोग सब मिट गए, नित नवा नरोआ। जिंदगी चो सोग भी खत्म हो जाए, रोग भी खत्म हो जाए, दुख भी खत्म हो जाए, मान अपमान खत्म हो जाए, ये मौज है। आपां ते इसलिए आए सी धरती ते, पर असी धरती ते जफे मारने शुरू करते, इन्ना इलाका मेरा है, और आपां उन्हां जफियां दी खातर लड़दे हां, कतलेआम हुंदे ने, लड़ाइयां हुंदियां ने, बंदा बड़ा परेशान हुंदा है। सतगुरु सच्चे पातशाह जी कहंदे, बंदिया हंकार किस गल दा है? तेरे नाल ते जाना कुछ भी नहीं है। बस जदों जदों बंदा परमात्मा दे गुण गाउंदा है, ज्यों ज्यों परमात्मा दी कीर्ति करदा है, उहदे अंदरों पकड़ मिटदी है, उहदे अंदरों ममता ते हंगता मिटदी है। वो घर च रहिंदा है, घर च रहिंदियां भी सोचदा है कि रब ने किरपा करके घर रहण लई दित्ता है। घर ओही है, लेकिन उसे घर च रहिंदियां पहलां मेरा मेरा करदा बंदा दुखी सी,
ਹੁਣ ਉਹ ਘਰ ਨੂੰ ਰੱਬ ਦੀ ਦਾਤ ਸਮਝ ਕੇ ਬੜਾ ਪ੍ਰਸੰਨ ਹੋ ਜਾਂਦਾ ਕਿ ਰੱਬ ਨੇ ਬੜੀ ਕਿਰਪਾ ਕੀਤੀ, ਇੰਨਾ ਸੋਹਣਾ ਘਰ ਦਿੱਤਾ ਹੈ, ਕਾਰੋਬਾਰ ਦਿੱਤਾ ਹੈ। ਇਸ ਕਰਕੇ ਸਾਹਿਬ ਕਹਿੰਦੇ ਪ੍ਰਮਾਤਮਾ ਦੇ ਗੁਣ ਗਾਓ, ਪ੍ਰਮਾਤਮਾ ਦੀ ਕੀਰਤੀ ਕਰੋ। ਜਿਉਂ-ਜਿਉਂ ਪ੍ਰਮਾਤਮਾ ਦੀ ਕੀਰਤੀ ਕਰੋਗੇ ਬਿਨਸੀ ਸਭ ਅਭਿਮਾਨੀ, ਭਾਈ ਤੁਹਾਡੇ ਅੰਦਰੋਂ ਹਰ ਤਰ੍ਹਾਂ ਦਾ ਅਹੰਕਾਰ ਮਿਟ ਜਾਏਗਾ, ਤੁਹਾਡੇ ਅੰਦਰੋਂ ਸਾਰੇ ਦੁੱਖ ਦਲਿੱਦਰ ਮਿਟ ਜਾਣਗੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਦੇ ਅੰਦਰੋਂ ਅਹੰਕਾਰ ਮਿਟ ਗਿਆ ਉਹਨਾਂ ਨੂੰ ਕਿਵੇਂ ਵਡਿਆਈ ਮਿਲਦੀ ਹੈ। ਧਾਰ ਅਨੁਗ੍ਰਹ ਆਪਣੀ ਕਰ ਲੀਨੀ, ਗੁਰਮੁਖ ਪੂਰ ਗਿਆਨੀ। ਜਿਨ੍ਹਾਂ ਨੇ ਸਤ ਸੰਗਤ ਰਾਹੀਂ ਪ੍ਰਮਾਤਮਾ ਦੇ ਗੁਣ ਗਾਏ, ਜਿਨ੍ਹਾਂ ਦੇ ਅੰਦਰੋਂ ਅਹੰਕਾਰ ਮਿਟ ਗਿਆ, ਪ੍ਰਮਾਤਮਾ ਨੇ ਦਇਆ ਦ੍ਰਿਸ਼ਟੀ ਕਰਕੇ ਉਹਨਾਂ ਨੂੰ ਆਪਣਾ ਬਣਾ ਲਿਆ, ਬਾਹਾਂ ਪਕੜ ਕੇ ਆਪਣਾ ਬਣਾ ਲਿਆ। ਸਤਿਗੁਰੂ ਸਾਹਿਬ ਜੀ ਕਹਿੰਦੇ ਗੁਰਮੁਖ ਪੂਰ ਗਿਆਨੀ, ਗੁਰੂ ਦੀ ਮੱਤ ਸਦਕਾ, ਗੁਰੂ ਦੀ ਮਿਹਰ ਸਦਕਾ ਅੰਦਰੋਂ ਪੂਰਨ ਤੌਰ ਤੇ ਗਿਆਨਵਾਨ ਹੋ ਗਏ, ਉਹਨਾਂ ਨੂੰ ਸੋਝੀ ਹੋ ਗਈ। ਗਿਆਨ ਦਾ ਅਰਥ ਇਹ ਬਾਹਰਲੀ ਜਾਣਕਾਰੀ ਨਹੀਂ ਹੈ, ਗਿਆਨ ਦਾ ਅਰਥ ਹੁੰਦਾ ਅੰਦਰੋਂ ਅਵੇਅਰ ਹੋ ਜਾਣਾ, ਅੰਦਰੋਂ ਜਾਗਰੂਕ ਹੋ ਜਾਣਾ। ਗਿਆਨ ਦਾ ਅਰਥ ਹੈ ਆਪਣੀ ਜ਼ਿੰਦਗੀ ਦੀ ਸੋਝੀ ਹੋ ਜਾਣੀ। ਇਹ ਬਾਹਰਲੀ ਜਾਣਕਾਰੀ ਬਹੁਤ ਹੈ ਸਾਡੇ ਕੋਲ, ਪਰ ਇਹ ਜਾਣਕਾਰੀ ਨਾਲ ਤੇ ਹੰਕਾਰ ਵੱਧਦਾ ਹੈ। ਇਹ ਜਿਉਂ-ਜਿਉਂ ਜਾਣਕਾਰੀ ਵਧੀ ਹੈ ਤਿਉਂ ਤੋਂ ਆਪਾਂ ਦੇਖਦੇ ਔਗਣ ਵੱਧਦੇ ਚਲੇ ਜਾਂਦੇ ਨੇ। ਜਿੰਨੀ ਜ਼ਿਆਦਾ ਜਾਣਕਾਰੀ ਆ ਗਈ, ਬੰਦੇ ਕੋਲ ਚੋਰੀ ਦੇ ਸਾਧਨ ਵਧੀਆ ਵਧੀਆ ਆ ਗਏ, ਲੋਕਾਂ ਨੂੰ ਗੁੰਮਰਾਹ ਕਰਨ ਦੇ ਸਾਧਨ ਬੜੇ ਵਧੀਆ ਆ ਗਏ, ਸਮਾਜ ਨੂੰ ਤਬਾਹ ਕਰਨ ਦੇ ਸਾਧਨ ਬੜੇ ਵਧੀਆ ਆ ਗਏ। ਇਹ ਤੇ ਕੱਲੀ ਜਾਣਕਾਰੀ ਜਿਹੜੀ ਹੈ ਇਹ ਤਾਂ ਘਾਤਕ ਹੈ, ਜਿਹੜੀ ਬਾਹਰਲੀ ਓਨਲੀ ਇਨਫੋਰਮੇਸ਼ਨ ਹੈ, ਚਾਹੀਦੀ ਹੈ, ਜ਼ਰੂਰੀ ਹੈ, ਪਰ ਇਹ ਗਿਆਨ ਨਹੀਂ ਹੈ। ਗਿਆਨ ਦਾ ਅਰਥ ਇਹ ਹੈ ਕਿ ਜਿਉਂ-ਜਿਉਂ ਬੰਦਾ ਰੱਬ ਦੇ ਗੁਣ ਗਾਉਂਦਾ ਹੈ, ਅੰਦਰੋਂ ਜਾਗਰੂਕ ਹੁੰਦਾ ਹੈ ਨਾ, ਤਿਉਂ-ਤਿਉਂ ਅੰਦਰੋਂ ਹੰਕਾਰ ਮਿਟਦਾ ਹੈ, ਤਿਉਂ-ਤਿਉਂ ਅੰਦਰੋਂ ਖੋਟੀਆਂ ਗੱਲਾਂ ਖਤਮ ਹੁੰਦੀਆਂ, ਔਗਣ ਮਿਟਦੇ ਨੇ, ਬੁਰੀ ਵਿਚਾਰਧਾਰਾ ਖਤਮ ਹੁੰਦੀ ਜਾਂਦੀ ਹੈ। ਬੰਦੇ ਨੂੰ ਆਪਣੀ ਜ਼ਿੰਦਗੀ ਦੀ ਮਹਾਨਤਾ ਦਾ ਪਤਾ ਲੱਗਦਾ ਹੈ। ਫਿਰ ਇਹ ਸੋਚਦਾ ਕਿ ਮੈਂ ਐਵੇਂ ਹੀ ਵਿਕਾਰਾਂ 'ਚ ਖਤਮ ਕਰੀ ਜਾਂਦਾ, ਐਵੇਂ ਨਸ਼ਿਆਂ 'ਚ ਪੈ ਕੇ ਜ਼ਿੰਦਗੀ ਖਰਾਬ ਕਰੀ ਜਾਂਦਾ, ਐਵੇਂ ਫਾਲਤੂ ਦੀਆਂ ਗੱਲਾਂ 'ਚ ਪੈ ਕੇ ਮੈਂ ਆਪਣਾ ਸਮਾਂ ਵੇਸਟ ਕਰਦਾ। ਇਹ ਗਿਆਨ ਹੈ। ਇਹ ਗਿਆਨ ਕਦੋਂ ਮਿਲਦਾ? ਜਿਉਂ-ਜਿਉਂ ਪ੍ਰਮਾਤਮਾ ਦੇ ਗੁਣ ਗਾਵਾਂਗੇ, ਸਾਡੇ ਅੰਦਰ ਵਿਵੇਕ ਮਤ ਪੈਦਾ ਹੋਏਗੀ। ਵਿਵੇਕ ਦਾ ਅਰਥ ਹੁੰਦਾ ਹੈ ਸੱਚ ਝੂਠ ਦਾ ਪਤਾ ਲੱਗ ਜਾਣਾ, ਚੰਗੇ ਮਾੜੇ ਦੀ ਸੋਝੀ ਹੋ ਜਾਣੀ, ਵਿਵੇਕ ਮਤ। ਸਾਹਿਬ ਕਹਿੰਦੇ ਜਿਨਨੇ ਪ੍ਰਮਾਤਮਾ ਦੇ ਗੁਣ ਗਾਏ ਉਹਦੇ ਅੰਦਰੋਂ ਅਹੰਕਾਰ ਮਿਟ ਗਿਆ। ਜਿਨੇ ਪ੍ਰਮਾਤਮਾ ਦੇ ਗੁਣ ਗਾਏ ਉਹ ਅੰਦਰੋਂ ਗੁਰੂ ਦੀ ਕਿਰਪਾ ਸਦਕਾ ਪੂਰਨ ਗਿਆਨਵਾਨ ਹੋ ਗਿਆ, ਜਾਗਰੂਕ ਹੋ ਗਿਆ, ਉਹਨੂੰ ਅੰਦਰੋਂ ਸੋਝੀ ਹੋ ਗਈ। ਗਿਆਨ ਮਨੁੱਖ ਦੇ ਅੰਦਰ ਹੀ ਹੈ। ਬਾਹਰਲੀਆਂ ਕਿਤਾਬਾਂ ਤੇ ਇੱਕ ਸਾਧਨ ਨੇ, ਮਨੁੱਖ ਨੂੰ ਜਾਗ ਲਗਾਉਂਦੀਆਂ ਨੇ ਗਿਆਨ ਦੀ। ਗਿਆਨ ਜਦੋਂ ਹੋਣਾ ਹੈ ਮਨੁੱਖ ਨੂੰ ਅੰਦਰੋਂ ਹੋਣਾ ਹੈ। ਇਹ ਬਾਹਰਲਾ ਗਿਆਨ ਜਿਹੜਾ ਹੁਦਾਰਾ ਹੈ, ਇਹ ਮੰਗਵਾ ਹੈ, ਆਪਾਂ ਕਹਿ ਲਓ ਇਹ ਬਾਸੀ ਗਿਆਨ ਹੈ, ਇਹ ਸੁੱਖ ਨਹੀਂ ਦੇ ਸਕਦਾ ਮਨੁੱਖ ਨੂੰ। ਬਹੁਤ ਨੇ ਲੋਕ ਆਪਣੇ ਆਪ ਨੂੰ ਧਰਤੀ ਤੇ ਗਿਆਨਵਾਨ ਸਮਝਣ ਵਾਲੇ ਕਿ ਸਾਡੇ ਕੋਲ ਬੜੀ ਜਾਣਕਾਰੀ ਹੈ, ਡਿਗਰੀਆਂ ਨੇ, ਉਹਨਾਂ ਦੀ ਜ਼ਿੰਦਗੀ ਦੇਖ ਲਓ ਕਿੰਨੀ ਕੁ ਸੁਖੀ ਹੈ, ਉਹ ਤੇ ਅੰਦਰ ਸਗੋਂ ਜ਼ਿਆਦਾ ਪਰੇਸ਼ਾਨ ਨੇ। ਗਿਆਨ ਜੇ ਪਰੇਸ਼ਾਨ ਕਰਦਾ ਤੇ ਗਿਆਨ ਕਾਹਦਾ ਹੈ? ਗਿਆਨ ਤੇ ਪਰੇਸ਼ਾਨੀਆਂ ਨੂੰ ਕੱਟਦਾ ਹੈ, ਗਿਆਨ ਤਾਂ ਸਮਾਜ ਨੂੰ ਸਵਾਰਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਜਿਨ੍ਹਾਂ ਦੇ ਅੰਦਰੋਂ ਹੰਕਾਰ ਮਿਟਿਆ, ਗੁਰੂ ਦੀ ਕਿਰਪਾ ਸਦਕਾ ਉਹ ਅੰਦਰੋਂ ਪੂਰਨ ਗਿਆਨਵਾਨ ਹੋ ਗਏ। ਔਰ ਜਿਹੜੇ ਗਿਆਨਵਾਨ ਹੋ ਗਏ ਉਹਨਾਂ ਨੂੰ ਪ੍ਰਮਾਤਮਾ ਨੇ ਕਿਰਪਾ ਕਰਕੇ ਆਪਣੇ ਹੀ ਬਣਾ ਲਿਆ, ਆਪਣੇ ਦਰ ਤੇ ਮਾਣ ਦੇ ਦਿੱਤਾ। ਫਿਰ ਕੀ ਹੋਇਆ? ਪ੍ਰੇ ਰੰਗ ਰੰਗ ਰਤੀ ਨਾਰਾਇਣ, ਸਰਬ ਸੁਖ ਆਨੰਦ ਕਨੇਰੇ, ਠਾਕੁਰ ਦਰਸ ਧਿਆਨੀ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਅੰਦਰੋਂ ਗਿਆਨ ਹੋ ਗਿਆ ਨਾ, ਉਹ ਸਦਾ ਵਾਹਿਗੁਰੂ ਜੀ ਦੇ ਦਰਸ਼ਨਾਂ ਦੇ ਧਿਆਨ 'ਚ ਲੱਗੇ ਰਹਿੰਦੇ ਨੇ, ਵਾਹਿਗੁਰੂ ਜੀ ਦੇ ਪਿਆਰ 'ਚ ਜੁੜੇ ਰਹਿੰਦੇ ਨੇ। ਉਹ ਜਿੱਥੇ ਵੀ ਰਹਿਣ ਨਾ, ਉਹ ਵਾਹਿਗੁਰੂ ਜੀ ਦੇ ਦਰਸ਼ਨਾਂ 'ਚ ਹੀ ਲੱਗੇ ਰਹਿੰਦੇ ਨੇ। ਵਾਹਿਗੁਰੂ ਜੀ ਦੇ ਦਰਸ਼ਨ ਇਹ ਨਹੀਂ ਕਿ ਕੰਮਕਾਰ ਛੱਡ ਕੇ ਹੋਣੇ ਨੇ, ਜਾਂ ਕਿਤੇ ਲੁਕ ਕੇ ਹੋਣੇ ਨੇ, ਜਾਂ ਜੰਗਲ 'ਚ ਬੈਠ ਕੇ ਹੋਣੇ ਨੇ, ਜਾਂ ਆਪਾਂ ਦੁਨੀਆ ਤੋਂ ਵੱਖਰੇ ਹੋਵਾਂਗੇ ਤੇ ਫਿਰ ਵਾਹਿਗੁਰੂ ਜੀ ਦੇ ਦਰਸ਼ਨ ਹੋਣੇ ਨੇ। ਇਹ ਵੀ ਬੜਾ ਭਰਮ ਹੈ ਧਰਮ ਦੀ ਦੁਨੀਆ 'ਚ। ਦੇਖਦੇ ਜਿਹੜਾ ਮਾੜਾ ਜਿਹਾ ਕਿਤੇ ਧਾਰਮਿਕ ਬਣ ਲੱਗਦਾ, ਉਹ ਕੰਮਕਾਰ ਤੋਂ ਵੱਖਰਾ ਹੋ ਜਾਂਦਾ ਹੈ, ਦੁਨੀਆ ਤੋਂ, ਪਰਿਵਾਰ ਤੋਂ ਵੱਖਰਾ ਹੋ ਜਾਂਦਾ ਹੈ। ਰੱਬ ਕੋਈ ਵੱਖਰਾ ਬੈਠਾ ਹੋਇਆ ਜਿੱਥੇ ਜਾ ਕੇ ਉਹਨੂੰ ਵੱਖਰਿਆਂ ਮਿਲਣਾ। ਰੱਬ ਦੇ ਦਰਸ਼ਨ ਕਰਨਾ ਕੋਈ ਚੋਰੀ ਦਾ ਕੰਮ ਤੇ ਹੈ ਨਹੀਂ ਜਿਹੜਾ ਲੁਕ ਕੇ ਕਰਨੇ, ਕਿਸੇ ਨੂੰ ਪਤਾ ਨਾ ਲੱਗੇ। ਉਹਨੂੰ ਹਰ ਥਾਂ ਤੋਂ ਦਰਸ਼ਨ ਹੁੰਦੇ ਨੇ, ਉੱਠਦਿਆਂ ਬੈਠਦਿਆਂ ਉਹ ਰੱਬ ਦੇ ਦੀਦਾਰ ਕਰਦਾ ਰਹਿੰਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਠਾਕੁਰ ਦਰਸ ਧਿਆਨੀ, ਅਜਿਹੇ ਮਨੁੱਖ ਦਾ ਹਰ ਵੇਲੇ ਵਾਹਿਗੁਰੂ ਜੀ ਦੇ ਦਰਸ਼ਨਾਂ 'ਚ ਹੀ ਧਿਆਨ ਲੱਗਾ ਰਹਿੰਦਾ ਹੈ। ਉਹ ਤੇ ਜਿੱਥੇ ਜਾਂਦਾ ਹੈ ਨਾ,
ਉਹ ਦੇਖਦਾ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਾਰੇ ਥਾਵਾਂ ਤੋਂ ਹੀ ਉਹਨੂੰ ਰੱਬ ਦੇ ਦੀਦਾਰ ਹੁੰਦੇ ਨੇ। ਹਰ ਮਨੁੱਖ ਦੇ ਹਿਰਦੇ ਵਿੱਚੋਂ, ਹਰ ਥਾਂ ਤੋਂ, ਹਰ ਵਸਤੂ 'ਚ ਉਹਨੂੰ ਰੱਬ ਨਜ਼ਰ ਆ ਜਾਂਦਾ ਹੈ। ਤੇ ਇਸ ਕਰਕੇ ਸਰਬ ਸੁਖ ਆਨੰਦ ਘਨੇਰੇ, ਉਹਦੀ ਜ਼ਿੰਦਗੀ ਅੰਦਰ ਸਾਰੇ ਸੁੱਖ ਆ ਜਾਂਦੇ ਨੇ। ਉਹਦੀ ਜ਼ਿੰਦਗੀ ਅੰਦਰ ਬੇਅੰਤ ਆਨੰਦ ਆ ਜਾਂਦਾ ਹੈ। ਘਨੇਰੇ ਦਾ ਅਰਥ ਕਿ ਘਣਾ ਆਨੰਦ ਆ ਜਾਂਦਾ ਹੈ। ਕਦੋਂ ਆਉਂਦਾ ਹੈ? ਜਦੋਂ ਉਹ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ, ਉਹਦੇ ਅੰਦਰੋਂ ਅਹੰਕਾਰ ਮਿਟਦਾ ਹੈ, ਉਹ ਅੰਦਰੋਂ ਪੂਰਨ ਗਿਆਨਵਾਨ ਹੋ ਜਾਂਦਾ ਹੈ। ਉਹਦੀ ਸੁਰਤ ਕੇਵਲ ਪ੍ਰਮਾਤਮਾ ਦੇ ਪਿਆਰ 'ਚ ਲੱਗੀ ਰਹਿੰਦੀ ਹੈ। ਤੇ ਸਤਿਗੁਰੂ ਜੀ ਕਹਿੰਦੇ ਉਹ ਸਦਾ ਆਨੰਦ 'ਚ ਰਹਿੰਦਾ ਹੈ। ਪ੍ਰਮਾਤਮਾ ਉਹਨੂੰ ਆਪਣੇ ਬਣਾ ਲੈਂਦਾ, ਆਪਣੇ 'ਚ ਲਿਵਲੀਨ ਕਰ ਲੈਂਦਾ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਉਹਦੀ ਜੋਤ ਪ੍ਰਮਾਤਮਾ 'ਚ ਲੀਨ ਰਹਿੰਦੀ ਹੈ। ਜੋਤ ਪ੍ਰਮਾਤਮਾ 'ਚ ਲੀਨ ਹੁੰਦਿਆਂ ਵੀ ਉਹ ਸੰਸਾਰ 'ਚ ਵਿਚਰਦਾ ਹੈ। ਜਿਵੇਂ ਮੁਰਗਾਬੀ ਪਾਣੀ 'ਚ ਰਹਿੰਦੇ ਆ, ਪਾਣੀ ਨਾਲ ਭਿੱਜਦੀ ਨਹੀਂ ਹੈ। ਕਮਲ ਪਾਣੀ 'ਚ ਰਹਿੰਦੇ ਆ, ਕਮਲ ਤੋਂ ਵੱਖਰਾ ਹੀ ਰਹਿੰਦਾ, ਪਾਣੀ ਤੋਂ ਵੱਖਰਾ ਰਹਿੰਦਾ। ਜਿਵੇਂ ਅਜਿਹਾ ਪ੍ਰਾਣੀ ਕਿਰਤ ਕਰਦੇ ਆ, ਦੁਨੀਆ 'ਚ ਵਿਚਰਦੇ ਆ, ਜ਼ਿੰਮੇਵਾਰੀਆਂ ਨਿਭਾਉਂਦੇ ਆ, ਅੰਦਰੋਂ ਵਾਹਿਗੁਰੂ ਜੀ ਦੇ ਰੰਗ ਜੁੜਿਆ ਰਹਿੰਦਾ। ਹਰ ਵੇਲੇ ਉਹ ਪ੍ਰਮਾਤਮਾ ਦੇ ਪਿਆਰ ਵਿੱਚ ਜੁੜਿਆ ਰਹਿੰਦਾ। ਪਰ ਸਤਿਗੁਰੂ ਜੀ ਕਹਿੰਦੇ ਇਹਦੇ ਲਈ ਸਭ ਤੋਂ ਵਧੀਆ ਤਰੀਕਾ ਹੈ ਕਿ ਸਾਧ ਸੰਗ ਮਿਲ ਹਰ ਗੁਣ ਗਾਏ, ਬਿਨ ਸੀ ਸਭ ਅਵਮਾਨੀ। ਭਾਈ ਸਤ ਸੰਗਤ ਰਾਹੀਂ ਪ੍ਰਮਾਤਮਾ ਦੇ ਗੁਣ ਗਾਈਏ। ਜਿਉਂ-ਜਿਉਂ ਪ੍ਰਮਾਤਮਾ ਦੇ ਗੁਣ ਗਾਵਾਂਗੇ ਹੰਕਾਰ ਮਿਟੇਗਾ, ਅੰਦਰੋਂ ਹਉਮੈ ਮਿਟੇਗੀ। ਜਿਉਂ-ਜਿਉਂ ਹਉਮੈ ਮਿਟੇਗੀ ਤਿਉਂ-ਤਿਉਂ ਅੰਦਰ ਗਿਆਨਵਾਨ ਹੁੰਦੇ ਜਾਵਾਂਗੇ, ਤਿਉਂ-ਤਿਉਂ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਖਿੱਚ ਪੈਦਾ ਹੁੰਦੀ। ਸਤਿਗੁਰੂ ਜੀ ਕਹਿੰਦੇ ਨਿਕਟ ਵਰਤਨ ਸਾ ਸਦਾ ਸੁਹਾਗਣ, ਦਹਿ ਦਿਸ ਸਾਈ ਜਾਨੀ। ਕੱਲ ਇੱਥੋਂ ਸ਼ੁਰੂ ਹੋਈ ਸੀ ਕਿ ਮਾਨੀ ਤੂੰ ਰਾਮ ਕੇ ਦਰਮਾਨੀ। ਹਰ ਬੰਦਾ ਚਾਹੁੰਦਾ ਕਿ ਦੁਨੀਆ 'ਚ ਮੈਂ ਮੰਨਿਆ ਜਾਵਾਂ, ਦੁਨੀਆ 'ਚ ਮੇਰਾ ਮਾਣ ਹੋਵੇ, ਦੁਨੀਆ 'ਚ ਮੇਰਾ ਸਤਿਕਾਰ ਹੋਵੇ। ਔਰ ਦੁਨੀਆ ਵਿੱਚ ਇਹ ਜਸ ਸੋਭਾ ਲੈਣ ਦੇ ਲਈ ਮਨੁੱਖ ਬੜੇ ਯਤਨ ਕਰਦਾ ਹੈ, ਕਰਨ ਦਾ ਹੱਕ ਹੈ ਇਹਦਾ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਇਹ ਸਭ ਕੁਝ ਕਰਦਿਆਂ ਵੀ ਮਨੁੱਖ ਮੰਨਿਆ ਨਹੀਂ ਜਾਂਦਾ। ਬੜੇ ਬੜੇ ਉਹ ਵਿਅਕਤੀ ਇਸ ਧਰਤੀ ਤੇ ਹੋ ਗੁਜ਼ਰੇ ਨੇ ਜਿਨ੍ਹਾਂ ਨੇ ਸੋਚਿਆ ਕਿ ਸਾਰੀ ਦੁਨੀਆ 'ਚ ਸਾਡਾ ਡੰਕਾ ਵੱਜੇ ਔਰ ਆਪਣਾ ਦੁਨੀਆ ਵਿੱਚ ਨਾਮ ਬਣਾਉਣ ਦੇ ਲਈ ਨਾ ਉਹਨਾਂ ਨੇ ਵੱਡੇ ਵੱਡੇ ਰਾਜ ਪ੍ਰਬੰਧ ਪ੍ਰਾਪਤ ਕੀਤੇ, ਬੜੇ ਬੜੇ ਜ਼ੋਰ ਜ਼ੁਲਮ ਕੀਤੇ, ਦੁਨੀਆ ਦੀਆਂ ਜਿੱਤਾਂ ਪ੍ਰਾਪਤ ਕਰਨ ਦੇ ਲਈ ਬੜੇ ਯਤਨਸ਼ੀਲ ਹੋਏ। ਲੇਕਿਨ ਅੱਜ ਉਹਨਾਂ ਨੂੰ ਕੋਈ ਨਹੀਂ ਮੰਨਦਾ। ਉਹ ਮੰਨਣਾ ਕਾਹਦਾ ਹੈ ਕਿ ਜਿੰਨਾ ਚਿਰ ਤੁਸੀਂ ਹੋ ਤੇ ਦੁਨੀਆ ਤੁਹਾਨੂੰ ਮੱਥੇ ਟੇਕੇ ਨਹੀਂ ਹੋ ਤੇ ਤੁਹਾਨੂੰ ਕੋਈ ਜਾਣੇ ਨਾ, ਉਹ ਕੋ ਮੰਨਣਾ ਨਹੀਂ ਹੈ। ਮੰਨਣਾ ਤੇ ਇਹ ਹੈ ਕਿ ਮਨੁੱਖ ਸਦਾ ਲਈ ਧਰਤੀ ਤੇ ਜਿਉਂਦਾ ਰਹਿ ਜਾਏ। ਉਹ ਸਰੀਰ ਕਰਕੇ ਹੈ ਜਾਂ ਨਹੀਂ ਹੈ, ਉਹ ਰੁਤਬੇ ਤੇ ਹੈਗਾ ਜਾਂ ਨਹੀਂ ਹੈਗਾ, ਲੇਕਿਨ ਦੁਨੀਆ ਉਹਨੂੰ ਚੇਤੇ ਕਰੇ, ਇਹ ਹੈ ਮੰਨਣਾ। ਹੁਣ ਆਪਾਂ ਦੇਖਦੇ ਦੁਨਿਆਵੀ ਤੌਰ ਤੇ ਬੰਦਾ ਰੁਤਬਾ ਖੋ ਜੇ ਤੇ ਬੜਾ ਦੁਖੀ ਹੁੰਦਾ ਹੈ। ਹੁਣ ਜਿਹੜਾ ਰੁਤਬਾ ਚਲੇ ਜਾਣ ਤੇ ਹੀ ਸੋਚਦਾ ਮੇਰਾ ਮਾਣ ਘਟ ਗਿਆ ਹੈ, ਉਹ ਕੱਲ ਨੂੰ ਸਰੀਰ ਚਲਿਆ ਗਿਆ ਤੇ ਫਿਰ ਉਹਦੀ ਪੁੱਛਿਸ਼ ਕੀ ਹੋਣੀ ਹੈ? ਜਿਹੜਾ ਇੰਨਾ ਹੰਕਾਰ ਕਰਦਾ ਫਿਰ ਉਹਨੂੰ ਕਿੰਨ ਜਾਣਨਾ? ਬਹੁਤ ਆਏ ਤੇ ਚਲੇ ਗਏ ਇਸ ਧਰਤੀਆਂ ਤੋਂ, ਕੋਈ ਉਹਨਾਂ ਨੂੰ ਜਾਣਦਾ ਹੀ ਨਹੀਂ ਹੈ, ਕੋਈ ਉਹਨਾਂ ਨੂੰ ਪੁੱਛਦਾ ਨਹੀਂ, ਨਾ ਥੇ ਹੀ ਨਹੀਂ ਉਹਨਾਂ ਦਾ ਕਿ ਧਰਤੀ ਤੇ ਹੋਏ ਕਿ ਨਹੀਂ ਹੋਏ ਕਦੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਾਣ ਤੇ ਸੋਭਾ ਪ੍ਰਾਪਤ ਕਰਨ ਦਾ ਅਧਿਕਾਰ ਹੈ ਮਨੁੱਖ ਦਾ। ਪਰ ਇਹ ਮਾਣ ਤੇ ਸੋਭਾ ਮਿਲਦੀ ਕਿਵੇਂ ਹੈ? ਬੰਦਾ ਸਤ ਸੰਗਤ ਵਿੱਚ ਆਏ, ਅਰਦਾਸ ਕਰੇ ਕਿ ਸਤਿਗੁਰ ਆਇਓ ਸਰਣ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਏ ਹਮਾਰੀ, ਅਵਰ ਨ ਸੂਝੇ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ, ਲੇਖਾ ਛੋੜ ਅਲੇਖੇ ਛੂਟੇ, ਹਮ ਨਿਰਗੁਣ ਲੇਹੋ ਅਭਾਰੀ, ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਛੇ ਪਰਿਓ, ਰਾਖ ਲਿਓ ਇਹੋ ਬਾਰੀ। ਸਤਿਗੁਰੂ ਜੀ ਦੇ ਕੋਲ ਆ ਕੇ ਜਾਚਨਾ ਕਰੀਏ ਕਿ ਮਿਲੇ ਸੁਖ ਨਾਮ ਹਰ ਸੋਭਾ। हे ਵਾਹਿਗੁਰੂ ਜੀ, ਸਤਿਗੁਰੂ ਜੀਓ ਸਾਨੂੰ ਨਾਮ ਦੀ ਸੋਭਾ ਮਿਲੇ, ਨਾਮ ਰਾਹੀਂ ਸੁਖ ਮਿਲੇ। ਇਹ ਦੁਨਿਆਵੀ ਪਦਾਰਥ ਗੁਜਰਾਨ ਨੇ, ਹੋਣੇ ਚਾਹੀਦੇ ਨੇ, ਦੁਨਿਆਵੀ ਰੁਤਬੇ ਵੀ ਹੋਣੇ ਚਾਹੀਦੇ ਨੇ, ਪਰ ਇਹਨਾਂ ਰੁਤਬਿਆਂ ਦੇ ਰਾਹੀਂ ਕੋਈ ਮਾਣ ਨਹੀਂ ਮਿਲਦਾ। ਇਹਨਾਂ ਰੁਤਬਿਆਂ ਤੇ ਬੈਠ ਕੇ ਕੋਈ ਬੰਦਾ ਸਦਾ ਲਈ ਮੰਨਿਆ ਨਹੀਂ ਜਾ ਸਕਦਾ ਜਾਂ ਸੋਭਾ ਨਹੀਂ ਪ੍ਰਾਪਤ ਕਰ ਸਕਦਾ। ਸਤਿਗੁਰੂ ਜੀ ਕਹਿੰਦੇ ਐ ਜਿੰਦੇ ਤੂੰ ਵਾਹਿਗੁਰੂ ਜੀ ਦੇ ਇਸ ਦੁਨੀਆ 'ਚ ਕੀ ਐ ਵਾਹਿਗੁਰੂ ਜੀ ਦੇ ਦਰ ਤੇ ਵੀ ਸਨਮਾਨੀ ਜਾਏਗੀ, ਮਾਣ ਮਿਲ ਜਾਏਗਾ। ਪਰ ਕਦੋਂ? ਜਦੋਂ ਤੂੰ ਸਤ ਸੰਗਤ ਰਾਹੀਂ ਪ੍ਰਮਾਤਮਾ ਦੇ ਗੁਣ ਗਾਉਂਦਿਆਂ ਅੰਦਰੋਂ ਅਹੰਕਾਰ ਤੋਂ ਮੁਕਤ ਹੋ ਜਾਏਗੀ। ਜਦੋਂ ਅਹੰਕਾਰ ਤੋਂ ਮੁਕਤ ਹੋਏਗੀ ਉਦੋਂ ਰੱਬ ਦੀ ਮਿਹਰ ਹੋਏਗੀ। ਰੱਬ ਦੀ ਮਿਹਰ ਹੁੰਦੀ ਉਹਨਾਂ ਤੇ ਹੈ ਜਿਹੜੇ ਅਹੰਕਾਰ ਤੋਂ ਰਹਿਤ ਨੇ। ਜਿਨ੍ਹਾਂ ਦੇ ਅੰਦਰ ਅਹੰਕਾਰ ਹੈ
ਉਹ ਕਦੀ ਰੱਬ ਦੀ ਬਖਸ਼ਿਸ਼ ਨਹੀਂ ਪ੍ਰਾਪਤ ਕਰ ਸਕਦੇ। ਬਾਬਾ ਫਰੀਦ ਸਾਹਿਬ ਜੀ ਨੇ ਇੱਕ ਬੜਾ ਪਿਆਰਾ ਵਚਨ ਕਿਹਾ, ਫਰੀਦਾ ਗਰਭ ਜਿਨ੍ਹਾਂ ਵਡਿਆਈਆਂ ਧਨ ਜੋਬਨ ਆਗਾਹ, ਖਾਲੀ ਚੱਲੇ ਧਣੀ ਸਿਉ ਟਿੱਬੇ ਜਿਉ ਮਿਆਹ। ਜਿਨ੍ਹਾਂ ਮਨੁੱਖਾਂ ਦੇ ਅੰਦਰ ਵਡਿਆਈਆਂ ਦਾ ਹੰਕਾਰ ਹੈ ਕਿ ਬੜੇ ਵੱਡੇ ਰੁਤਬੇ ਨੇ ਸਾਡੇ ਕੋਲ, ਜਿਨ੍ਹਾਂ ਦੇ ਅੰਦਰ ਧਨ ਦਾ ਹੰਕਾਰ ਹੈ, ਜਿਨ੍ਹਾਂ ਦੇ ਅੰਦਰ ਜੋਬਨ ਦਾ ਹੰਕਾਰ ਹੈ, ਜਾਂ ਹੋਰ ਕਿਸੇ ਵੀ ਤਰੀਕੇ ਦਾ ਹੰਕਾਰ ਹੈ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਖਾਲੀ ਚੱਲੇ ਧਣੀ ਸਿਉ। ਉਹ ਆਪਣੇ ਧਣੀ ਦਾ ਅਰਥ ਹੁੰਦਾ ਮਾਲਕ, ਗੁਰੂ ਕਹਿ ਲੋ, ਪੈਗੰਬਰ ਕਹਿ ਲੋ, ਇਸ਼ਟ ਕਹਿ ਲੋ। ਉਹ ਆਪਣੇ ਗੁਰੂ ਦੇ ਦਰ ਤੋਂ ਖਾਲੀ ਚਲੇ ਜਾਂਦੇ ਨੇ। ਗੁਰੂ ਦੇ ਦਰ ਤੋਂ ਆ ਕੇ ਵੀ ਕੋਈ ਖਾਲੀ ਜਾਏ, ਇਹਨੂੰ ਆਪਾਂ ਕੀ ਕਹਿ ਸਕਦੇ ਹਾਂ? ਦੇਖੋ ਨਾ, ਸਰੋਵਰ ਦੇ ਕੰਢੇ ਤੇ ਆ ਕੇ ਕੋਈ ਪਿਆਸਾ ਹੀ ਜਾਏ, ਸੂਰਜ ਦੇ ਸਾਹਮਣੇ ਆ ਕੇ ਕੋਈ ਚਾਨਣ ਨਾ ਲੈ ਸਕੇ, ਜਿੱਥੇ ਸੂਰਜ ਜਿਹੜਾ ਅਨੰਤ ਚਾਨਣ ਵੰਡ ਰਿਹਾ ਸੰਸਾਰ ਦੇ ਲੋਕਾਂ ਨੂੰ, ਸੂਰਜ ਦੇ ਸਾਹਮਣੇ ਆ ਕੇ ਵੀ ਕੋਈ ਅੱਖਾਂ ਮੀਟ ਕੇ ਹਨੇਰੇ 'ਚ ਠੱਕਰਾਂ ਖਾਈ ਜਾਏ, ਉਹਨੂੰ ਆਪਾਂ ਕਿੰਨਾ ਕੁ ਸਿਆਣਾ ਕਵਾਂਗੇ। ਇਵੇਂ ਗੁਰੂ ਦੇ ਦਰ ਤੇ ਆ ਕੇ ਕੋਈ ਗੁਰੂ ਦੀ ਮਿਹਰ ਦਾ ਪਾਤਰ ਨਾ ਬਣ ਸਕੇ ਤੇ ਉਹਨੂੰ ਆਪਾਂ ਕਿੰਨਾ ਕੁ ਖੁਸ਼ਕਿਸਮਤ ਕਵਾਂਗੇ। ਹੁਣ ਗੁਰੂ ਤਾਂ ਚਾਹੁੰਦਾ ਕਿ ਸਾਰਿਆਂ ਤੇ ਦਇਆ ਦ੍ਰਿਸ਼ਟੀ ਹੋਏ, ਜਿਵੇਂ ਸੂਰਜ ਸਾਰਿਆਂ ਨੂੰ ਚਾਨਣ ਦਿੰਦਾ, ਹਵਾ ਸਾਰਿਆਂ ਨੂੰ ਨਿੱਘ ਦਿੰਦੀ। ਗੁਰੂ ਸਾਰਿਆਂ ਦੇ ਲਈ ਮਿਹਰਬਾਨ ਹੈ ਔਰ ਗੁਰੂ ਸਾਰਿਆਂ ਦੇ ਭਲੇ ਦੀ ਗੱਲ ਕਰਦਾ। ਪਰ ਜੇ ਸਾਡਾ ਭਲਾ ਨਹੀਂ ਹੋ ਸਕਿਆ ਤਾਂ ਇਹ ਮਤਲਬ ਨਹੀਂ ਕਿ ਗੁਰੂ ਨੇ ਸਾਡੇ ਤੇ ਮਿਹਰ ਨਹੀਂ ਕੀਤੀ। ਗੁਰੂ ਤਾਂ ਦੇਖੋ, ਗੁਰੂ ਇੰਨਾ ਮਹਾਨ ਹੈ। ਗੁਰ ਅੰਮ੍ਰਿਤ ਭਿੰਨੀ ਦੇਹੁਰੀ ਅੰਮ੍ਰਿਤ ਬੁਰਕੇ ਰਾਮ ਰਾਜੇ। ਗੁਰੂ ਤਾਂ ਅੰਮ੍ਰਿਤ ਦੀ ਵਰਖਾ ਕਰ ਰਿਹਾ। ਬੁਰਕਣ ਦਾ ਅਰਥ ਹੁੰਦਾ ਹੈ ਤਰੌਂਕਣਾ, ਜਿਵੇਂ ਆਪਾਂ ਸਪਰੇਅ ਨਹੀਂ ਕਰਦੇ ਕੋਈ ਚੀਜ਼। ਗੁਰੂ ਤਾਂ ਅੰਮ੍ਰਿਤ ਸਪਰੇਅ ਕਰ ਰਿਹਾ ਸਾਡੇ ਤੇ ਬੁਰਕ ਰਿਹਾ, ਸਾਡੇ ਤੇ ਛਿੜਕ ਰਿਹਾ ਗੁਰੂ ਅੰਮ੍ਰਿਤ। ਹੁਣ ਸਾਨੂੰ ਅੰਮ੍ਰਿਤ ਕਿਉਂ ਨਹੀਂ ਮਿਲਦਾ? ਸਾਡੀ ਜ਼ਿੰਦਗੀ ਚੋਂ ਕੁੜੱਤਣ ਕਿਉਂ ਨਹੀਂ ਜਾਂਦੀ? ਸਾਡੀ ਜ਼ਿੰਦਗੀ ਚੋਂ ਦੁੱਖਾਂ ਦੀ ਗੱਲ ਕਿਉਂ ਨਹੀਂ ਜਾਂਦੀ? ਉਹਦਾ ਕਾਰਨ ਹੈ ਕਿ ਇਹ ਅੰਮ੍ਰਿਤ ਤਾਂ ਵਰਸਦਾ ਹੈ, ਪਰ ਇਹ ਅੰਮ੍ਰਿਤ ਉਹਨਾਂ ਦੇ ਉੱਪਰ ਅਸਰ ਕਰਦਾ ਜਿਨ੍ਹਾਂ ਗੁਰਬਾਣੀ ਮਨ ਭਾਈਆ। ਅੰਮ੍ਰਿਤ ਛਕ ਚੱਕੇ ਜਿਨ੍ਹਾਂ ਨੂੰ ਗੁਰਬਾਣੀ ਚੰਗੀ ਲੱਗਦੀ ਹੈ। ਹੁਣ ਜਿਨ੍ਹਾਂ ਨੂੰ ਬਾਣੀ ਚੰਗੀ ਨਾ ਲੱਗੇ ਉਹ ਕਿਵੇਂ ਅੰਮ੍ਰਿਤ ਨੂੰ ਛਕ ਲੈਣਗੇ ਜੀ? ਜਿਨ੍ਹਾਂ ਨੂੰ ਗੁਰਬਾਣੀ ਪਿਆਰੀ ਨਾ ਲੱਗੇ, ਕਹਿਣ ਕਿ ਗੁਰਬਾਣੀ ਪੜ੍ਹਨੀ ਨਹੀਂ ਹੈ, ਗੁਰਬਾਣੀ ਸੁਣਨੀ ਨਹੀਂ ਹੈ, ਉਹ ਇਸ ਅੰਮ੍ਰਿਤ ਨੂੰ ਨਹੀਂ ਮਾਣ ਸਕਣਗੇ। ਗੁਰੂ ਦੀ ਗੱਲ ਹੀ ਜਿਨ੍ਹਾਂ ਨੂੰ ਚੰਗੀ ਨਹੀਂ ਲੱਗਦੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਦਰ ਤੇ ਆ ਕੇ ਗੁਰੂ ਕੇ ਬਚਨਾਂ ਨੂੰ ਹਿਰਦੇ 'ਚ ਵਸਾਇਆ, ਉਹ ਗੁਰੂ ਦੀ ਮਿਹਰ ਦੇ ਪਾਤਰ ਬਣ ਗਏ। ਉਹ ਪੂਰਨ ਤੌਰ ਤੇ ਅੰਦਰੋਂ ਗਿਆਨਵਾਨ ਹੋ ਗਏ, ਜਾਗਰੂਕ ਹੋ ਗਏ। ਗੁਰੂ ਸਾਨੂੰ ਆਏ ਹੀ ਗਿਆਨਵਾਨ ਕਰਨ ਦੇ ਲਈ ਨੇ। ਦੇਖੋ, ਬਾਕੀ ਦੁਨੀਆ ਦੇ ਪਦਾਰਥ ਮਿਲੀ ਜਾਂਦੇ ਨੇ। ਜਿਹੜੇ ਰੱਬ ਨੂੰ ਨਹੀਂ ਮੰਨਦੇ ਉਹਨਾਂ ਕੋਲ ਬੜੇ ਪਦਾਰਥ ਨੇ, ਆਪਾਂ ਦੇਖਦੇ ਹਾਂ। ਜਿਹੜੇ ਰੱਬ ਨੂੰ ਨਹੀਂ ਮੰਨਦੇ ਉਹਨਾਂ ਕੋਲ ਬਹੁਤ ਕੁਝ ਹੈ। ਔਰ ਬਹੁਤ ਸਾਰੇ ਇਹੋ ਜਿਹੇ ਜ਼ਾਲਮ ਦੁਸ਼ਟ ਲੋਕ ਨੇ ਜਿਨ੍ਹਾਂ ਕੋਲ ਦੁਨੀਆ ਦੇ ਪਦਾਰਥਾਂ ਦੇ ਭੰਡਾਰ ਹੀ ਭਰੇ ਪਏ। ਗੁਰੂ ਦੇ ਕੋਲ ਆ ਕੇ ਸਾਨੂੰ ਗਿਆਨ ਮਿਲਦਾ ਕਿ ਅਸੀਂ ਜ਼ਿੰਦਗੀ ਅੰਦਰ ਸੁਖੀ ਕਿਵੇਂ ਹੋਣਾ। ਹਰ ਮਨੁੱਖ ਦਾ ਯਤਨ ਤਾਂ ਇਹੀ ਹੈ ਨਾ ਕਿ ਮੈਨੂੰ ਸੁੱਖ ਵੀ ਮਿਲੇ ਤੇ ਸ਼ੋਭਾ ਵੀ ਮਿਲੇ। ਇਹ ਸ਼ੋਭਾ ਤੇ ਸੁੱਖ ਲਈ ਅਸੀਂ ਧਨ ਚਾਹੁੰਦੇ ਹਾਂ, ਸ਼ੋਭਾ ਤੇ ਸੁੱਖ ਦੇ ਲਈ ਅਸੀਂ ਯਤਨ ਕਰਦੇ ਹਾਂ, ਬੜੀ ਮਿਹਨਤ ਕਰਦੇ ਹਾਂ, ਕਰਨ ਦਾ ਅਧਿਕਾਰ ਹੈ। ਪਰ ਸਭ ਕੁਝ ਹੁੰਦੇ ਆ, ਸੁੱਖ ਵੀ ਨਹੀਂ ਮਿਲਦਾ ਤੇ ਸ਼ੋਭਾ ਨਹੀਂ ਮਿਲਦੀ। ਆਪਾਂ ਦੇਖਦੇ ਵੱਡੇ ਵੱਡੇ ਰੁਤਬਿਆਂ ਤੇ ਬੰਦੇ ਬੈਠ ਜਾਂਦੇ ਨੇ, ਜਦੋਂ ਸਮਾਜ ਵਿੱਚ ਜਾਂਦੇ ਲੋਕੀ ਉਹਨਾਂ ਵੱਲ ਜੁੱਤੀਆਂ ਸੁੱਟਦੇ ਨੇ। ਉਹ ਕਾਹਦੀ ਸ਼ੋਭਾ ਹੋਈ? ਲੋਕੀ ਉਹਨਾਂ ਨੂੰ ਦੇਖ ਕੇ ਰਾਜੀ ਨਹੀਂ ਹੈ ਤੇ ਇਕੱਲੇ ਵਿਚਾਰੇ ਨਿਕਲ ਨਹੀਂ ਸਕਦੇ। ਪੁਲਿਸ ਅੱਗੇ ਹੁੰਦੀ ਹੈ, ਪਿੱਛੇ ਹੁੰਦੀ, 1000 ਕੁ ਬੰਦਾ ਪੁਲਿਸ ਦਾ ਨਾਲ ਲਾ ਕੇ ਤੇ ਫਿਰ ਉਹ ਲੋਕਾਂ 'ਚ ਵੜਦੇ ਨੇ। ਇਹ ਕਾਹਦੀ ਸ਼ੋਭਾ ਹੋਈ? ਵੀ ਇਹ ਕਾਹਦਾ ਰੁਤਬਾ ਹੋਇਆ? ਇਹ ਤੇ ਕੋਈ ਰੁਤਬਾ ਨਹੀਂ ਹੈ। ਜਿਹੜਾ ਲੋਕਾਂ 'ਚ ਵੜ ਹੀ ਨਾ ਸਕੇ ਉਹਦੀ ਸ਼ੋਭਾ ਕਾਹਦੀ ਹੈ? ਮਿਲੇ ਸੁਖ ਨਾਮ ਹਰ ਸ਼ੋਭਾ। ਸ਼ੋਭਾ ਇਹ ਹੈ ਕਿ ਬੰਦਾ ਅੰਦਰੋਂ ਇੰਨਾ ਗੁਣਵਾਨ ਹੋਵੇ, ਜਿੱਧਰ ਜਾਏ ਦੁਨੀਆ ਉਹਦੇ ਦਰਸ਼ਨਾਂ ਨੂੰ ਤਰਸੇ, ਜਿੱਧਰ ਜਾਏ ਦੁਨੀਆ ਉਹਨੂੰ ਸਤਿਕਾਰ ਦੇਵੇ। ਸਤਿਗੁਰੂ ਜੀ ਕਹਿੰਦੇ ਇਹ ਕੁਝ ਤਾਂ ਮਿਲੇਗਾ ਬੰਦਿਆ ਜਦੋਂ ਤੂੰ ਪ੍ਰਮਾਤਮਾ ਦੇ ਗੁਣ ਗਾਏਗਾ, ਤੇਰੇ ਅੰਦਰੋਂ ਹੰਕਾਰ ਮਿਟੇਗਾ, ਰੱਬ ਦੀ ਮਿਹਰ ਹੋਏਗੀ, ਰੱਬ ਤੈਨੂੰ ਗਿਆਨ ਬਖਸ਼ਿਸ਼ ਕਰੇਗਾ। ਜਦੋਂ ਤੂੰ ਗਿਆਨਵਾਨ ਹੋ ਗਿਆ ਫਿਰ ਕੀ ਹੋਏਗਾ? ਤੈਨੂੰ ਸਾਰੇ ਸੁੱਖ ਸਾਰੇ ਆਨੰਦ ਮਿਲਣਗੇ। ਸਰਬ ਸੁਖ ਆਨੰਦ ਕਨੇਰੇ ਠਾਕੁਰ ਦਰਸ ਧਿਆਨੀ। ਸਤਿਗੁਰੂ ਜੀ ਕਹਿੰਦੇ ਬੇਅੰਤ ਆਨੰਦ ਮਿਲਣਗੇ ਤੇ ਹੋਏਗਾ ਕਿ ਨਿਕਟ ਵਰਤਨ ਸਾ ਸਦਾ ਸੁਹਾਗਣ ਦਹਿ ਦਿਸ ਸਾਈ ਜਾਨੀ। ਜਿਹੜੇ ਵਾਹਿਗੁਰੂ ਜੀ ਦੇ ਨਿਕਟ ਵਰਤੀ ਬਣ ਜਾਂਦੇ ਨੇ, ਭਾਵ ਜਿਨ੍ਹਾਂ ਨੂੰ ਪ੍ਰਮਾਤਮਾ ਹਾਜ਼ਰਾ ਹਜ਼ੂਰ ਨਜ਼ਰ ਆਉਂਦਾ ਹੈ, ਜਿਹੜੇ ਕਹਿੰਦੇ ਨੇ ਸਦਾ ਅੰਗ ਸੰਗੇ ਅਪੰਗੰਗ ਬੇਪੂਤੇ, ਉਹ ਪ੍ਰਮਾਤਮਾ ਸਾਡੇ ਅੰਗ ਸੰਗ ਹੈ। ਜਿੱਥੇ ਜਾਣੇ ਜੈ ਜੈ ਪੇਖੋ ਤੈ ਹਜ਼ੂਰ ਦੂਰ ਕਤੂ ਨਾ ਜਾਈ। ਪਰਮਾਤਮਾ ਤੇ ਹਮੇਸ਼ਾ ਹੀ ਹਰ ਥਾਂ ਤੇ ਹੁਣ ਵੀ ਹੈ, ਪਹਿਲਾਂ ਹੈ, ਹਰ ਥਾਂ ਤੇ ਹੈ। ਪਰ ਜੇ ਸਾਨੂੰ
ਨਜ਼ਰ ਨਹੀਂ ਆ ਰਿਹਾ ਤੇ ਸਾਨੂੰ ਗਿਆਨ ਨਹੀਂ ਹੈ। ਇਵੇਂ ਕਹਿ ਲਓ ਸਾਡੇ ਕੋਲ ਅੱਖੀਆਂ ਨਹੀਂ ਹੈ ਉਹ ਦੇਖਣ ਵਾਲੀਆਂ। ਜੇ ਸਾਨੂੰ ਨਜ਼ਰ ਨਹੀਂ ਆ ਰਿਹਾ ਤੇ ਪਰਮਾਤਮਾ ਦਾ ਕਸੂਰ ਨਹੀਂ ਹੈ, ਉਹ ਸਾਡੀ ਨਜ਼ਰ ਹੀ ਨਹੀਂ ਹੈ ਪਰਮਾਤਮਾ ਨੂੰ ਦੇਖਣ ਦੇ ਲਈ। ਜਗਿਆਸੂ ਸਤਿਗੁਰੂ ਜੀ ਨੂੰ ਕਹਿੰਦਾ ਹੈ ਕਿ ਤੁਸੀਂ ਕਹਿੰਦੇ ਪਰਮਾਤਮਾ ਸਰਵ ਵਿਆਪਕ ਹੈ, ਹਰ ਥਾਂ ਤੇ ਹੈ, ਪਰ ਸਾਨੂੰ ਕਿਉਂ ਨਹੀਂ ਨਜ਼ਰ ਆਉਂਦਾ? ਸਤਿਗੁਰੂ ਜੀ ਨੇ ਜਦੋਂ ਕਿਹਾ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਏੜਾ ਸਾਜਨੜਾ, ਕਿ ਉਹ ਬੜਾ ਪਿਆਰਾ ਮਿੱਤਰ ਵਾਹਿਗੁਰੂ ਜੀ ਜਿਹੜਾ ਹੈ ਉਹ ਤੇ ਸਾਡੇ ਨੇੜੇ ਖੜਾ ਹੈ, ਹਰ ਵੇਲੇ ਸਾਡੇ ਕੋਲ ਹੈ। ਤੇ ਜਗਿਆਸੂ ਕਹਿੰਦਾ ਕਿ ਸਾਨੂੰ ਨਹੀਂ ਨਜ਼ਰ ਆਉਂਦਾ। ਕਾਰਨ ਕੀ? ਤੁਸੀਂ ਕਹਿੰਦੇ ਨੇੜੇ ਹੈ। ਤੇ ਫਿਰ ਬੰਦਾ ਕਹਿੰਦਾ ਰੱਬ ਹੈ ਨਹੀਂ, ਐਵੇਂ ਝੂਠ ਹੀ ਬੋਲਦੇ ਨੇ ਲੋਕ। ਜਿਵੇਂ ਉੱਲੂ ਜਿਹੜਾ ਨਾ ਅੱਖਾਂ ਮੀਟ ਲਏ, ਉੱਲੂ ਕਹਿੰਦਾ ਸੂਰਜ ਨਹੀਂ ਚੜਿਆ, ਝੂਠ ਬੋਲਦੇ ਨੇ ਲੋਕ। ਮਨੁੱਖ ਦੀ ਹਾਲਤ ਵੀ ਇਹੀ ਹੈ। ਮਨੁੱਖ ਦੇ ਕੋਲ ਆਪਣੀਆਂ ਅੱਖਾਂ ਨਹੀਂ ਹੈ ਜਾਂ ਅੱਖਾਂ ਬੰਦ ਨੇ, ਉਹ ਕਹਿੰਦਾ ਰੱਬ ਹੈ ਹੀ ਨਹੀਂ, ਕੋਈ ਰੱਬ ਨਹੀਂ, ਤੇ ਝੂਠ ਬੋਲਦੇ ਨੇ, ਰੱਬ ਹੈ ਹੀ ਨਹੀਂ। ਸਤਿਗੁਰੂ ਜੀ ਕਹਿੰਦੇ ਰੱਬ ਹੈ, ਪਰ ਤੈਨੂੰ ਨਜ਼ਰ ਕਿਉਂ ਨਹੀਂ ਆ ਰਿਹਾ? ਉਹਦਾ ਕਾਰਨ ਕਿ ਮਾਇਆ ਮਦ ਮਾਤਾ ਹੋਛੀ ਬਾਤਾ ਮਿਲ ਨਾ ਜਾਈ ਪਰਮ ਤੜਾ। ਉਹ ਬੰਦਿਆ ਤੂੰ ਤੇ ਮਾਇਆ ਚ ਮਸਤ ਤੁਰਿਆ ਫਿਰਦਾ, ਤੂੰ ਤੇ ਗੱਲਾਂ ਹੀ ਬੜੀਆਂ ਹੋਛੀਆਂ ਜੀਆਂ ਕਰਦਾ, ਹੋਛੀਆਂ ਜੀਆਂ। ਦੇਖੋ ਇਹ ਹੋਛੀਆਂ ਗੱਲਾਂ ਨੇ ਸਾਡੀਆਂ। ਮਹਾਰਾਜ ਜੀ ਇੰਨੇ ਪਾਠ ਕਰਾਂਗਾ, ਆਹ ਚੀਜ਼ ਮੈਨੂੰ ਦੇ ਦਿਓ, ਇਹ ਹੋਛੀਆਂ ਹੀ ਗੱਲਾਂ ਨੇ ਜਿਵੇਂ ਨਿਆਣੇ ਕਰਦੇ ਨੇ। ਮਹਾਰਾਜ ਜੀ ਤੁਸੀਂ ਇਹ ਕੋਈ ਦਿੱਤਾ, ਮੈਂ ਇੰਨੇ ਪਾਠ ਹੁਣ ਕਰ ਲੈਣਾ, ਇਹ ਮੈਂ ਕਰ ਦੇਵਾਂਗਾ, ਇਹ ਸੇਵਾ ਕਰ। ਇਹਨੂੰ ਕਹਿੰਦੇ ਨੇ ਹੋਛੀਆਂ ਗੱਲਾਂ। ਇਹਨਾਂ ਨਾਲ ਵੀ ਕੋਈ ਰੱਬ ਦਾ ਥੋੜ੍ਹਾ ਪਿਆਰ ਮਿਲੇਗਾ। ਜਿੱਥੇ ਪਿਆਰ ਹੋਵੇ ਉੱਥੇ ਕੋਈ ਕੰਡੀਸ਼ਨ ਨਹੀਂ ਹੁੰਦੀ। ਜਿੱਥੇ ਪਿਆਰ ਹੋਵੇ ਉੱਥੇ ਸਮਰਪਣ ਹੁੰਦਾ, ਉੱਥੇ ਤਿਆਗ ਦੀ ਭਾਵਨਾ ਹੁੰਦੀ ਹੈ। ਜਿਹਦੇ ਨਾਲ ਪਿਆਰ ਹੋਏ ਨਾ, ਉੱਥੇ ਆਪਾਂ ਕੰਡੀਸ਼ਨਾਂ ਨਹੀਂ ਲਾਉਂਦੇ। ਹੁਣ ਰੱਬ ਦੇ ਨਾਲ ਤੇ ਕਰਦੇ ਸੀ ਸੌਦੇਬਾਜ਼ੀ। ਮਹਾਰਾਜ ਜੀ ਇੰਨੇ ਦਿਨ ਨੰਗੇ ਪੈਰੀ ਆਵਾਂਗੇ, ਇਹ ਚੀਜ਼ ਦੇ ਦਿਓ। ਹੁਣ ਨੰਗੇ ਪੈਰੀ ਆਉਣ ਨਾਲ ਜੇ ਮਿਲਦਾ ਹੋਏ ਤੇ ਪਹਿਲਾਂ ਪਸ਼ੂਆਂ ਨੂੰ ਮਿਲਣਾ ਚਾਹੀਦਾ। ਉਹਦੇ ਤਾਂ ਰਹਿੰਦੇ ਨੰਗੇ ਪੈਰੀ ਨੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਤੇ ਪਾਉਂਦੇ ਹੀ ਕੁਝ ਨਹੀਂ ਹੈ, ਉਹਨਾਂ ਨੂੰ ਮਿਲਣਾ ਚਾਹੀਦਾ। ਨਾਸਤਕ ਬੰਦਾ ਤੇ ਨੰਗੇ ਪੈਰੀ ਨਹੀਂ ਜਾਂਦਾ, ਉਹਦੇ ਕੋਲ ਸਭ ਕੁਝ ਹੀ ਹੈ। ਅਸੀਂ ਧਰਮ ਦੀ ਦੁਨੀਆ 'ਚ ਭਰਮ ਪਾਲ ਲਏ, ਨੰਗੇ ਪੈਰੀ ਜਾਓ ਆਹ ਚੀਜ਼ ਮਿਲ ਜਾਏਗੀ, ਇੰਨੇ ਦਿਨ ਫਲਾਣੇ ਥਾਂ ਤੇ ਜਾਓ ਐਡ ਕਰ ਲਓ ਆਹ ਚੀਜ਼ ਮਿਲ ਜਾਏਗੀ। ਦੇਖੋ ਰੱਬ ਦੇ ਪਿਆਰ 'ਚ ਤਾਂ ਜੁੜੋ, ਪਰ ਕੰਡੀਸ਼ਨਾਂ ਕਿਉਂ? ਜਿੱਥੇ ਕੰਡੀਸ਼ਨ ਆ ਜਾਏ ਕੋਈ ਪਿਆਰ ਨਹੀਂ ਰਹਿ ਜਾਂਦਾ, ਇੱਕ ਸੌਦਾ ਬਣ ਜਾਂਦਾ। ਰੱਬ ਦਾ ਅਸੀਂ ਮੁੱਲ ਨਹੀਂ ਪਾ ਸਕਦੇ। ਜੇ ਕੁਝ ਕਰਨਾ ਰੱਬ ਮਿਲ ਜੇ ਤੇ ਕੀਮਤ ਹੋ ਗਈ ਨਾ ਰੱਬ ਦੀ। ਫਿਰ ਇਹ ਤਾਂ ਬੜਾ ਸੌਖਾ ਕੰਮ ਹੈ, ਮੈਂ ਇੰਨੇ ਪਾਠ ਕੀਤੇ ਰੱਬ ਮਿਲ ਗਿਆ। ਇਹ ਤੇ ਪਾਠ ਕੀਮਤ ਹੋ ਗਈ ਰੱਬ ਦੀ, ਜਾਂ ਕੋਈ ਪੈਸਾ ਕੀਮਤ ਹੋ ਗਈ, ਜਾਂ ਕੋਈ ਕੰਮ ਕੀਮਤ ਹੋ ਗਈ। ਰੱਬ ਨੂੰ ਤੇ ਕਿਸੇ ਤਰੀਕੇ ਨਾਲ ਅਸੀਂ ਕੀਮਤ ਪਾ ਹੀ ਨਹੀਂ ਸਕਦੇ। ਰੱਬ ਦੇ ਦਰ ਤੇ ਕਰਨਾ ਸੀ ਸਮਰਪਣ। ਅਸੀਂ ਰੱਬ ਦੇ ਨਾਲ ਸੌਦੇ ਕਰਨੇ ਸ਼ੁਰੂ ਕਰ ਦਿੱਤੇ, ਔਰ ਇਹਨਾਂ ਸੌਦਿਆਂ ਦੇ ਨਾਂ ਤੇ ਦੁਕਾਨਾਂ ਬੜੀਆਂ ਸੋਹਣੀਆਂ ਚੱਲਦੀਆਂ, ਆਲੇ ਦੁਆਲੇ ਆਪਾਂ ਦੇਖਦੇ ਹਾਂ। ਮੇਰੇ ਵਰਗਿਆਂ ਦਾ ਸੋਹਣਾ ਠਾਠਾ ਬਾਗਾ ਚੱਲਦਾ, ਫਲਾਣੇ ਨੂੰ ਕਹੇ ਆਇਆ ਸ਼ਬਦ ਇੰਨੇ ਦਿਨ ਪੜ੍ਹ ਲਓ, ਉਹਨੂੰ ਕੁਝ ਮਿਲਿਆ ਨਹੀਂ ਮਿਲਿਆ, ਪਰ ਮੇਰੀ ਤੇ ਦੁਕਾਨ ਚੱਲ ਗਈ ਨਾ। ਅਸੀਂ ਇੱਕ ਧਾਰਨਾ ਬਣਾਈ ਕਿ ਕੋਈ ਸ਼ਬਦ ਪੜਾਂਗੇ ਤੇ ਸਾਡੀ ਖਾਸ ਚੀਜ਼ ਪੂਰੀ ਹੋ ਜਾਏਗੀ। ਕੀ ਪਰਮਾਤਮਾ ਦੇ ਪਿਆਰ ਜੁੜਿਆਂ ਕੋਈ ਸਾਰੀਆਂ ਚੀਜ਼ਾਂ ਨਹੀਂ ਮਿਲਦੀਆਂ? ਕੀ ਗੁਰਬਾਣੀ ਦਾ ਹਰ ਜਿਹੜਾ ਸ਼ਬਦ ਹੈ, ਹਰ ਜਿਹੜਾ ਕੋਈ ਲਫ਼ਜ਼ ਹੈ, ਉਹ ਸਾਨੂੰ ਗਿਆਨ ਨਹੀਂ ਦਿੰਦਾ, ਆਨੰਦ ਨਹੀਂ ਦਿੰਦਾ? ਇਸ ਕਰਕੇ ਗੁਰਬਾਣੀ ਤਾਂ ਸਾਨੂੰ ਹਰ ਗੁਰਬਾਣੀ ਦਾ ਇੱਕ ਇੱਕ ਲਫ਼ਜ਼ ਜਿਹੜਾ ਉਹ ਗਿਆਨ ਦੇ ਨਾਲ ਭਰਪੂਰ ਹੈ। ਪਰ ਇਹ ਸਿਰਫ ਨਿਰੋਲ ਭਰਮ ਤੇ ਅੰਧ ਵਿਸ਼ਵਾਸ, ਲੋਕਾਂ ਦੂਸਰਿਆਂ ਵੱਲ ਦੇਖ ਕੇ ਗੁਰਮਤਿ ਵਿੱਚ ਵੀ ਖੜੇ ਕਰਨ ਵਾਲੇ ਲੋਕ ਆ ਗਏ, ਜਿਨ੍ਹਾਂ ਨੇ ਕਹਿਤਾ ਇੰਨੇ ਦਿਨ ਆਹ ਸ਼ਬਦ ਪੜੋ, ਇਹ ਦੇਖ ਲੋਗੇ ਜੀ ਤੁਹਾਡੇ ਘਰ 'ਚ ਤੇ ਬਰਕਤਾਂ ਹੀ ਪੈ ਜਾਣਗੀਆਂ, ਤੁਹਾਡੇ ਘਰ 'ਚ ਤਾਂ ਖੁਸ਼ਹਾਲੀ ਆ ਜਾਏਗੀ, ਤੁਹਾਡੀਆਂ ਮਨੋਕਾਮਨਾ ਪੂਰੀਆਂ ਹੋਣਗੀਆਂ। ਬੜਾ ਸੋਹਣਾ ਡੰਬਰ ਚੱਲ ਪਿਆ ਸਿੱਖੀ 'ਚ। ਅੱਜ ਕੱਲ ਤਾਂ ਸੋਸ਼ਲ ਨੈਟਵਰਕ ਤੇ ਚੱਲਦਾ ਹੀ, ਇਹ ਕਥਾ ਸੁਣ ਲਓ, ਦੇਖੋ ਜੀ ਤੁਸੀਂ ਮਾਲਾ ਮਾਲ ਹੋ ਜਾਓਗੇ, ਇਹ ਸ਼ਬਦ ਪੜ੍ਹ ਲਓ। ਆ ਕਥਾਵਾਚਕਾਂ ਨੇ ਵਪਾਰ ਸ਼ੁਰੂ ਕਰ ਦਿੱਤਾ, ਐ ਬੜਾ ਖਿਚਵਾਂ ਜਿਹਾ ਪਾਇਆ ਹੁੰਦਾ ਉੱਤੇ, ਇਹ ਸ਼ਬਦ ਸੁਣ ਲਓ ਤੁਹਾਡੀਆਂ ਮਨੋਕਾਮਨਾ ਪੂਰੀਆਂ ਹੋ ਜਾਣਗੀਆਂ। ਕਮਾਲ ਦੀ ਗੱਲ ਹੈ, ਮਨੋਕਾਮਨਾ ਇਵੇਂ ਪੂਰੀਆਂ ਹੋਣੀਆਂ ਨੇ ਤੇ ਇਹਦਾ ਮਤਲਬ ਤੇ ਕੰਮ ਹੀ ਬੜਾ ਸੌਖਾ, ਇੱਕ ਦੀਆਂ ਹੋ ਗਈਆਂ ਦੂਜੇ ਦੀਆਂ ਹੋਈਆਂ ਨਾ। ਗੁਰਬਾਣੀ ਇਹ ਗੱਲ ਕਹਿੰਦੀ ਪਰਮਾਤਮਾ ਨਾਲ ਪਿਆਰ ਕਰੋ। ਪਰਮਾਤਮਾ ਨਾਲ ਪਿਆਰ ਬਣੇਗਾ ਜਦੋਂ ਹੰਕਾਰ ਮਿਟੇਗਾ। ਗੁਰੂ ਕੋਲ ਆ ਕੇ ਪਰਮਾਤਮਾ ਦੇ ਗੁਣ ਗਾਉਣੇ ਨੇ, ਗੁਰਬਾਣੀ ਪੜ੍ਹਦੇ ਆ ਪਰਮਾਤਮਾ ਦੇ ਗੁਣ ਗਾਉਣੇ ਨੇ। ਜਿਉਂ-ਜਿਉਂ ਪਰਮਾਤਮਾ ਦੇ ਗੁਣ ਗਾਵਾਂਗੇ ਹੰਕਾਰ ਮਿਟੇਗਾ। ਜਦੋਂ ਹੰਕਾਰ ਮਿਟੇਗਾ ਤਿਉਂ-ਤਿਉਂ ਪਰਮਾਤਮਾ ਨਾਲ ਪਿਆਰ ਹੁੰਦਾ ਜਾਏਗਾ। ਜਦੋਂ ਹੰਕਾਰ ਮਿਟੇਗਾ ਤਿਉਂ-ਤਿਉਂ ਅੰਦਰੋਂ ਅਸੀਂ ਗਿਆਨਵਾਨ ਹੁੰਦੇ ਜਾਵਾਂਗੇ। ਜਿਉਂ-ਜਿਉਂ ਗਿਆਨਵਾਨ ਹੋਵਾਂਗੇ ਸੁਖੀ ਹੁੰਦੇ ਜਾਵਾਂਗੇ। ਰੱਬ ਨੇ ਸਭ ਕੁਝ ਦਿੱਤਾ ਹੈ, ਪਰ ਸਾਨੂੰ ਗਿਆਨ ਨਹੀਂ ਹੈ। ਹਰ ਮਨੁੱਖ ਨੂੰ ਸਭ ਕੁਝ ਦਿੱਤਾ ਹੈ ਪਰਮਾਤਮਾ ਨੇ, ਪਰ ਸਾਨੂੰ ਗਿਆਨ ਨਹੀਂ ਹੈ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਕੋਲ ਆ ਕੇ ਜਦੋਂ ਪਰਮਾਤਮਾ ਦੇ ਗੁਣ ਗਾਓਗੇ, ਤੁਸੀਂ ਅੰਦਰੋਂ ਗਿਆਨਵਾਨ ਹੋ ਗਏ, ਰੱਬ ਦੇ ਪਿਆਰ ਵਿੱਚ ਜੁੜ ਗਏ,
फिर निकट वर्तन सा सदा सुहागन, असी ते सदा ही रब दे निकट वर्ती रवांगे, फिर सानू परमात्मा किते दूर नहीं नजर आएगा। गुरबाणी की नेड़े है दूर ना जानियो, नित सारे संभालियो, परमात्मा ते नेड़े है, सद सुनदा सद वेखदा, वो हाजिर हजूर है। जै जै पेखो तै हजूर, दूर कतहु ना जाई, वो ते किते जांदा ही नहीं है। एक पादरी ने अपने स्टूडेंट्स नूं एक दिन एक गल पूछी, जिहड़ा रोज पढ़ाउंदा सी, रब दीयां गल्लां सुणाउंदा सी। वो स्टूडेंट नूं कहंदा कि रब कित्थे वसदा है दसो। स्टूडेंट दे अगे सवाल खड़ा करता कि रब कित्थे रहिंदा है, रब कित्थे वसदा है। एक स्टूडेंट ने हाथ खड़ा कर दिता, नलायक जिहा ही सी, पर उन्हें सवाल बड़ा वधिया कीता। वो पादरी नूं कहंदा कि तू दस के रब कित्थे नहीं वसदा। पादरी निरुत्तर हो गया, रब कित्थे नहीं वसदा, रब तो सर्व व्यापक है। ये कहना कि रब कित्थे वसदा है, ये अज्ञानता है। रब ते सारे थावां ते है, रब कित्थे नहीं वसदा, हर थां ते वसदा है। सतगुरु साहिब जी कहंदे निकट वर्तन सा सदा सुहागन। जिन्ना जीव रूपी इस्त्रियां ने देख लिया कि परमात्मा ते साडे नेड़े ही है, वो सदा ही सुहागणा रहिंदियां ने। भाव वो सदा मालक परमात्मा उन्हां दे नाल रहिंदा है, वो मालक कदी मरदा ही नहीं है। दुनियावी तौर ते जे असीं किसी रुतबे नूं अपना मान बनाया कि उहदे राहीं सानूं वडियाई मिलनी है, वो रुतबा चल गया ते साडी वडियाई खत्म। दुनियावी तौर ते किसी मनुख नूं जे असीं अपना मालक समझ लिया, वो मालक मर गया ते असीं इहदा मतलब कि अनाथ हो गए, साडा हुण आसरा खत्म हो गया। जिन्हां ने देख लिया कि परमात्मा सर्व व्यापक है, सतगुरु जी कहंदे वो सदा ही सुहागण रहिंदे ने। भाव सदा परमात्मा उन्हां दे सिर ते रहिंदा है। फिर दह दिस साही जानी, दह दिस दर्शन दा दसां दिशावां विच उन्हां दी वडियाई बन जांदी है। मनुख वडियाई चाहुंदा है, शोभा चाहुंदा है। सतगुरु जी ने कहा सी जीव रूपी जिंदे तू परमात्मा दे दर ते सन्मानी जाएगी जे वाहिगुरु जी दे गुण गाउंदियां तेरे अंदरों हंकार मिट जाए, ज्ञानवान हो जाए। सतगुरु जी कहंदे केवल परमात्मा दे दर ते नहीं, दह दिस साही जानी, दसां दिशावां विच उस मनुख दी वडियाई पसर जांदी है जिहड़ा रब दे गुण गाउंदियां अंदरों अहंकार तो मुक्त हो जांदा है, जिहड़ा अंदरों ज्ञानवान हो जांदा है। गुरबाणी कहंदी जिस नीच को कोई ना जाने, नाम जपत ओचों कुंट माने। जरूरी नहीं कि धनवानां दी वडियाई हुंदी है, धनवानां नूं ते कोई जाणदा नहीं। धन होना माड़ी गल नहीं है, धनवान होना माड़ी गल नहीं है, पर यह गल जे सोचे कि धन करके ही मेरी वडियाई है, ये अज्ञानता है। जे सोचे कि किसी रुतबे ते बैठ के ही मेरी वडियाई है, ये मनुख दी बहुत वड्डी भुल है। वडियाई उन्हां दी सदा कायम रहिंदी है जिहड़े परमात्मा दे गुण गाउंदियां अंदरों अहंकार तो मुक्त हो जांदे ने। अज बाबा नामदेव साहिब जी दी वडियाई है, कबीर साहिब जी दी वडियाई है, रविदास साहिब जी दी वडियाई है, धन्ना साहिब जी दी वडियाई है, सैन जी दी वडियाई है। उन्हां दी वडियाई नूं कोई मेट नहीं सकदा। धन नाल बनाई वडियाई, जदों साडे तो वड्डा कोई धनवान आ गया साडी वडियाई घट गई। रुतबे नाल बनाई वडियाई, कोई साडे तो वड्डे रुतबे वाला आ गया जां साडा रुतबा खुस गया, साडी वडियाई मिट्टी च मिल गई। उस वेले असीं ढह ढेरी हो गए, फिर असीं कहांगे सानू जलील कीता है। पर जे वडियाई परमात्मा दी प्यार जुड़ के मिलेगी, जिस पत रखे सच्चा साहिब, नानक मेट न सके कोई। जिहदी इज्जत परमात्मा ने बना दिती है, उहदी इज्जत नूं नीवियां को कर ही नहीं सकदा, उहनूं कोई नीवा कर ही नहीं सकदा। इस करके सतगुरु साहिब जी कहंदे दह दिस साही जानी, अजिहे जीव जिहड़े दसां दिशावां च मन्ने जांदे ने, हर थां ते उन्हां दी वडियाई हुंदी है, कीर्ति हुंदी है। प्रे रंग रंग रति नारायण, नानक तिस कुर्बानी। धन गुरु अर्जन साहिब जी कहंदे कि प्रे रंग, प्रे मैना प्यारा परम पिता वाहिगुरु जी, प्रीतम साडा वाहिगुरु, जिहड़े उस वाहिगुरु जी दे रंग विच रंगे जांदे ने, वाहिगुरु जी दे प्यार विच लिवलीन हो जांदे ने। नानक तिस कुर्बानी, साहिब जी कहंदे मैं उहदे तो कुर्बान जांदा जिहड़े वाहिगुरु जी दे रंग च रंगे जांदे ने। जिन्हां ने वाहिगुरु जी दे नाम नूं अपनी वडियाई समझिया है, जिन्हां ने वाहिगुरु जी कीर्ति करदिआं सुख माणिआ है, वो दसां दिशावां च ते मन्ने जांदे ने। रब दे दर ते भी उन्हां नूं माण मिलदा है। सतगुरु जी कहंदे उन्हां दी इज्जत नूं मान नूं कोई नीवियां नहीं कर सकदा। सतगुरु जी कहंदे मैं उन्हां तो कुर्बान हूं, कुर्बाने जाऊं मेहरबाना हूं, कुर्बाने जाऊं हूं, कुर्बाने जाऊं तिना के लैन जो तेरा नाम, लैन जो तेरा नाम तिना के हूं सद कुर्बाने जाऊं।
ਸਤਿਗੁਰੂ ਜੀ ਕਹਿੰਦੇ ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ। ਸਤਿਗੁਰੂ ਜੀ ਨੇ ਗੱਲ ਇੱਥੋਂ ਸ਼ੁਰੂ ਕੀਤੀ ਸੀ, ਕਿਉਂਕਿ ਮਨੁੱਖ ਚਾਹੁੰਦਾ ਕਿ ਮੇਰੀ ਵਡਿਆਈ ਹੋਏ, ਮਾਣ ਹੋਏ, ਲੋਕਾਂ ਦੇ ਵਿੱਚ ਮੇਰੀ ਚੰਗੀ ਕੀਰਤੀ ਹੋਏ, ਜਸ ਹੋਏ। ਸਤਿਗੁਰੂ ਜੀ ਕਹਿੰਦੇ ਭਾਈ ਇਸ ਦੁਨੀਆ 'ਚ ਕੀ ਤੂੰ ਰੱਬ ਦੇ ਦਰ ਤੇ ਵੀ ਸਨਮਾਨਿਆ ਜਾਏਗਾ, ਰੱਬ ਦੇ ਦਰ ਤੇ ਵੀ ਤੇਰੀ ਕੀਰਤੀ ਬਣੇਗੀ। ਪਰ ਕਦੋਂ? ਜਦੋਂ ਤੂੰ ਸਤ ਸੰਗਤ ਰਾਹੀਂ ਵਾਹਿਗੁਰੂ ਜੀ ਦੇ ਗੁਣ ਗਾਏਗਾ। ਗੁਣ ਗਾਉਂਦਿਆਂ ਤੇਰੇ ਅੰਦਰੋਂ ਹੰਕਾਰ ਮਿਟ ਜਾਏਗਾ। ਅੰਦਰੋਂ ਅਹੰਕਾਰ ਮਿਟਣ ਤੋਂ ਬਾਅਦ ਜਦੋਂ ਤੂੰ ਅੰਦਰੋਂ ਗਿਆਨਵਾਨ ਹੋ ਜਾਏਗਾ, ਜਦੋਂ ਤੂੰ ਵਾਹਿਗੁਰੂ ਜੀ ਦੇ ਦਰਸ਼ਨਾਂ ਦੇ ਪਿਆਰ 'ਚ ਜੁੜਿਆ ਰਹੇਗਾ, ਵਾਹਿਗੁਰੂ ਤੇਰੇ ਤੇ ਦਇਆ ਦ੍ਰਿਸ਼ਟੀ ਕਰਕੇ ਤੈਨੂੰ ਆਪਣਾ ਬਣਾ ਲੈਣਗੇ, ਤੈਨੂੰ ਆਪਣੇ ਵਿੱਚ ਵਿਲੀਨ ਕਰ ਲੈਣਗੇ। ਤੇ ਸਤਿਗੁਰੂ ਜੀ ਕਹਿੰਦੇ ਸਾਰੇ ਸੁੱਖ ਘਣੇ ਆਨੰਦ ਤੈਨੂੰ ਜ਼ਿੰਦਗੀ 'ਚ ਮਿਲਣਗੇ ਤੇ ਇਹੋ ਜੀ ਤੇਰੀ ਵਡਿਆਈ ਬਣੇਗੀ। ਦਹਿ ਦਿਸ ਸਾਈ ਜਾਨੀ, ਦਸਾਂ ਦਿਸ਼ਾਵਾਂ 'ਚ ਤੇਰੀ ਕੀਰਤੀ ਪਸਰੇਗੀ ਬੰਦਿਆ। ਪਰ ਇਹ ਉਦੋਂ ਜਦੋਂ ਅੰਦਰੋਂ ਅਹੰਕਾਰ ਤੋਂ ਮੁਕਤ ਹੋ ਗਿਆ। ਗੁਰਬਾਣੀ ਪੜਨ ਦਾ ਮਕਸਦ ਹੈ ਅੰਦਰੋਂ ਔਗੁਣ ਮਿਟਦੇ ਜਾਣ। ਵਾਹਿਗੁਰੂ ਜੀ ਦੇ ਗੁਣ ਗਾਉਣ ਦਾ, ਬੰਦਗੀ ਕਰਨ ਦਾ, ਕੀਰਤ ਕਰਨ ਦਾ ਜਾਂ ਸੇਵਾ ਕਰਨ ਦਾ ਮਕਸਦ ਹੈ ਸਾਡੇ ਅੰਦਰੋਂ ਅਹੰਕਾਰ ਮਿਟੇ। ਜਿਉਂ-ਜਿਉਂ ਅਹੰਕਾਰ ਮਿਟੇਗਾ ਤਿਉਂ-ਤਿਉਂ ਅਸੀਂ ਮਹਾਨ ਬਣਦੇ ਜਾਵਾਂਗੇ। ਇਹ ਕੁਦਰਤ ਦਾ ਇੱਕ ਨਿਯਮ ਹੈ, ਨਿਵੇਂ ਸੁਗੌਰਾ ਹੋਏ। ਜਿਹੜਾ ਪਲੜਾ ਝੁਕ ਜਾਏ ਉਹ ਪਲੜਾ ਭਾਰੀ ਗਿਣਿਆ ਜਾਂਦਾ ਹੈ। ਜਿਹੜਾ ਮਨੁੱਖ ਨਿਰਮਾਣ ਹੁੰਦਾ ਜਾਏ, ਗੁਣਾਂ ਨਾਲ ਭਰਦਾ ਜਾਏ, ਉਹ ਝੁਕਦਾ ਰਹਿੰਦਾ, ਉਹ ਮਹਾਨ ਗਿਣਿਆ ਜਾਂਦਾ ਹੈ। ਜਿਹੜਾ ਦਰਖਤ ਝੁਕ ਜਾਏ, ਜਿਹਨੂੰ ਫਲ ਲੱਗਦੇ ਨੇ, ਉਹ ਝੁਕਦਾ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਭਾਈ ਪ੍ਰਮਾਤਮਾ ਦੇ ਗੁਣ ਗਾਓ। ਭਾਵ ਇਹ ਜੋ ਕੁਝ ਹੈ ਇਹ ਪ੍ਰਮਾਤਮਾ ਦਾ ਦਿੱਤਾ ਸਮਝੋ, ਉਹਦਾ ਧੰਨਵਾਦ ਕਰਿਆ ਕਰੋ। ਜਿਉਂ-ਜਿਉਂ ਉਹਦਾ ਧੰਨਵਾਦ ਕਰੋਗੇ ਅੰਦਰੋਂ ਗਿਆਨਵਾਨ ਹੁੰਦੇ ਜਾਓਗੇ, ਅੰਦਰ ਤੁਹਾਡੀ ਜਾਗਰੂਕਤਾ ਆਏਗੀ, ਅਵੇਅਰ ਹੁੰਦੇ ਜਾਓਗੇ, ਅੰਦਰੋਂ ਵਿਵੇਕ ਆਉਂਦਾ ਜਾਏਗਾ। ਜਿਉਂ-ਜਿਉਂ ਗਿਆਨਵਾਨ ਹੋਗੇ ਦੇਖੋਗੇ ਸਾਰੇ ਪਾਸੇ ਪ੍ਰਮਾਤਮਾ ਬੈਠਾ ਹੋਇਆ ਹੈ ਤੁਹਾਡੇ ਨਾਲ, ਹਰ ਵੇਲੇ ਪ੍ਰਮਾਤਮਾ ਸਾਡੇ ਨਾਲ ਹੈ। ਅਸੀਂ ਕਹਿੰਦੇ ਜੀ ਗੁਰਦੁਆਰੇ ਆ ਝੂਠ ਨਹੀਂ ਬੋਲਣਾ, ਗੁਰਦੁਆਰੇ ਗੁਰੂ ਦੀ ਹਜ਼ੂਰੀ 'ਚ ਝੂਠ ਨਹੀਂ ਬੋਲਣਾ। ਹੁਣ ਗੁਰੂ ਕਿਹੜੇ ਵੇਲੇ ਸਾਡੇ ਨਾਲ ਨਹੀਂ ਹੈ ਭਲਾ? ਇਹਦਾ ਮਤਲਬ ਗੁਰਦੁਆਰੇ ਗੁਰੂ ਹੈ, ਦੁਕਾਨ ਤੇ ਬੈਠਿਆ ਸਾਡੇ ਨਾਲ ਗੁਰੂ ਨਹੀਂ ਹੈ, ਘਰ 'ਚ ਰਹਿੰਦੇ ਸਾਡੇ ਨਾਲ ਗੁਰੂ ਨਹੀਂ ਹੈ, ਜਦੋਂ ਅਸੀਂ ਸਫ਼ਰ ਤੇ ਜਾਂਦੇ ਉਦੋਂ ਸਾਡੇ ਨਾਲ ਗੁਰੂ ਨਹੀਂ ਹੈ। ਇਹ ਪਿਆਰ ਕਾਹਦਾ ਹੈ? ਜੇ ਗੁਰਦੁਆਰੇ ਹੀ ਗੁਰੂ ਹੈ, ਘਰ 'ਚ ਬੈਠੇ ਗੁਰੂ ਨਹੀਂ, ਫਿਰ ਗੁਰੂ ਕਾਹਦਾ ਸਾਡਾ? ਗੁਰੂ ਤੇ ਸਦਾ ਸਾਡੇ ਨਾਲ ਹੈ, ਪਰਮਾਤਮਾ ਤੇ ਸਦਾ ਸਾਡੇ ਨਾਲ ਹੈ। ਗੁਰਦੁਆਰੇ ਝੂਠ ਨਹੀਂ ਬੋਲਣਾ ਤੇ ਬਾਕੀ ਥਾਵਾਂ ਤੇ ਝੂਠ ਬੋਲਣਾ, ਇਹ ਇੱਕ ਬਹੁਤ ਵੱਡਾ ਭਰਮ ਹੈ। ਔਰ ਇਹ ਭਰਮ ਕਰਕੇ ਬੜਾ ਵੱਡਾ ਨੁਕਸਾਨ ਹੋ ਰਿਹਾ ਹੈ ਕਿ ਚਲੋ ਗੁਰਦੁਆਰੇ ਚਲੀਏ, ਸੱਚ ਬੋਲੇਗਾ ਉੱਥੇ, ਬਾਹਰ ਝੂਠ ਬੋਲੋ, ਗੁਰਦੁਆਰੇ ਸੱਚ ਬੋਲੋ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਪ੍ਰਮਾਤਮਾ ਸਰਬ ਵਿਆਪਕ ਹੈ। ਜਦੋਂ ਅਸੀਂ ਉਹਦੇ ਨੇੜੇ ਹੋ ਜਾਵਾਂਗੇ ਸਾਨੂੰ ਪਤਾ ਲੱਗੇਗਾ ਉਹ ਤੇ ਹਾਜ਼ਰ ਹਜ਼ੂਰ ਹੈ। ਫਿਰ ਜਿੱਥੇ ਵੀ ਬੰਦਾ ਰਹੇਗਾ ਨਾ ਨੂੰ ਹਾਜ਼ਰ ਹਜ਼ੂਰ ਜਾਣ ਕੇ ਕਦੀ ਉਹ ਕਰਮ ਹੀ ਨਹੀਂ ਕਰੇਗਾ ਜਿਹੜਾ ਪਰਮਾਤਮਾ, ਜਿਸ ਕਰਮ ਦੇ ਕਰਨ ਨਾਲ ਪਰਮਾਤਮਾ ਦੀਆਂ ਨਜ਼ਰਾਂ 'ਚੋਂ ਅਸੀਂ ਨੀਵੇਂ ਹੋ ਜਾਈਏ। ਸਤਿਗੁਰੂ ਜੀ ਕਹਿੰਦੇ ਨੇ ਮੰਦਾ ਮੂਲ ਨ ਕੀਚੀ ਦੇ ਲੰਮੀ ਨਦਰ ਨਿਹਾਲੀਏ, ਜਿਤ ਸਾਹਿਬ ਨਾਲ ਨਾ ਹਾਰੀਏ ਤੇ ਵੇਹ ਪਾਸਾ ਢਾਲੀਏ। ਜਿਸ ਕੰਮ ਦੇ ਕਰਨ ਨਾਲ ਅਸੀਂ ਰੱਬ ਦੀਆਂ ਨਜ਼ਰਾਂ 'ਚੋਂ ਡਿੱਗ ਜਾਈਏ। ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਸੀ ਕਿ ਮਤ ਸ਼ਰਮਿੰਦਾ ਥੀਵੀਂ ਸਾਈਂ ਦਾ ਦਰਬਾਰ। ਜਦੋਂ ਹਾਜ਼ਰ ਹਜ਼ੂਰ ਦੇਖਾਂਗੇ ਪ੍ਰਮਾਤਮਾ ਨੂੰ ਫਿਰ ਅਸੀਂ ਕਦੀ ਵੀ ਅਜਿਹੇ ਮਾਰਗ ਤੇ ਨਹੀਂ ਚੱਲਾਂਗੇ ਜਿਸ ਮਾਰਗ ਤੇ ਚੱਲ ਕੇ ਸਾਨੂੰ ਸ਼ਰਮਿੰਦਿਆ ਹੋਣਾ ਪਵੇ। ਸਤਿਗੁਰੂ ਜੀ ਨੇ ਦੁਨੀਆ 'ਚ ਵੀ ਤੇ ਪਰਲੋਕ ਵਿੱਚ ਵੀ ਵਡਿਆਈ ਪ੍ਰਾਪਤ ਕਰਨ ਦੀ ਯੁਗ ਦੱਸੀ ਹੈ। ਪ੍ਰਮਾਤਮਾ ਦੇ ਗੁਣ ਗਾਓ। ਪ੍ਰਮਾਤਮਾ ਦੇ ਗੁਣ ਗਾਉਣ ਵਾਲੇ ਦੀ ਪਹਿਚਾਣ ਕੀ ਹੈ? ਕਿਉਂਕਿ ਰੱਬ ਦੇ ਗੁਣ ਗਾਉਂਦਿਆਂ ਕਈ ਵਾਰ ਬੰਦਾ ਆਪਣੇ ਗੁਣ ਗਾਈ ਚਲਿਆ ਜਾਂਦਾ, ਉਹ ਆਪਣੀ ਵਡਿਆਈ ਬਣਾਈ ਜਾਂਦਾ। ਰੱਬ ਦੇ ਗੁਣ ਗਾਉਣ ਵਾਲੇ ਦੀ ਪਹਿਚਾਣ ਇਹ ਹੈ ਕਿ ਉਹਦੇ ਅੰਦਰੋਂ ਅਹੰਕਾਰ ਮਿਟਦਾ ਹੈ, ਉਹਦੇ ਅੰਦਰ ਗਿਆਨ ਆਉਂਦਾ ਹੈ। ਜਿਉਂ-ਜਿਉਂ ਗਿਆਨ ਆਉਂਦਾ ਹੈ ਤਿਉਂ-ਤਿਉਂ ਸਾਰੇ ਪਾਸੇ ਨੂੰ ਰੱਬ ਦੇ ਦੀਦਾਰ ਹੁੰਦੇ ਹਨ। ਸਤਿਗੁਰੂ ਜੀ ਮਿਹਰ ਕਰਨ, ਇਹ ਗੁਰੂ ਕੇ ਪਵਿੱਤਰ ਬਚਨ ਸਾਡੇ ਹਿਰਦੇ 'ਚ ਵਸਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ ਕਰ ਦੇਣੀ ਜੀਓ। ਪਿਆਰ ਸਹਿਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।